ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी, प्राइम मिनिस्टर टीवी ते तुहाडा सारिਆਂ ਦਾ ਸਵਾਗਤ है। हर रोज़ की तरह चाय दा विचार प्रोग्राम लैके असीं हाजिर हो गए हैं। मैं हाँ हरमन थिंद ते हर रोज़ की तरह ही मेरे नाल ने स्वरण सिंह टाणा जी। सत श्री अकाल। सत श्री अकाल। की हाल चाल है? बहुत वधिया, चढ़दी कला। की होया, बड़े गुस्से च लग रहे हो? ਇਹਦੇ ਚ ਕਿਹੜੀ ਗੱਲ ਸੀ? ਐਂ ਕਰਨਾ ਮੈਨੂੰ ਦੱਸੋ ਮੇਰੇ ਭੈਣੋ ਵੀਰੋ, ਐਂ ਕਰਨਾ ਕਦੇ ਗੁੱਸੇ ਦਾ ਪ੍ਰਤੀਕ ਹੋਇਆ? मैं हाव भाव ਦੀ ਗੱਲ ਕਰ ਰਹੀ। ਐਂ ਕਰਨਾ ਕਦੇ ਵੀ ਤੁਹਾਨੂੰ ਲੱਗਾ ਵੀ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੇ ਘਰੇ ਆਇਆ ਹੋਵੇ ਉਹ ਕਵੇ ਤੁਸੀਂ ਕਹੋ ਗੁੱਸੇ ਆ? इधर ही है सारा कुछ। हाव भाव की गल कर रही है। आ तो बहुत सत्कार वाली गल है, जिन्होंने सत्कार दो उहदे अगे ही हाथ जोड़े जाते हैं, पर हाव भाव कुछ होर कह रहे हैं टाणा साहब। तुहानू ही पता लगदा सारे दफ्तर दे विच 28 जाने होने आ, 27-28 जाने ते किसी नूं नहीं पता लगा। जे मैं इत्थे हाज़री लवाउणा चाहां ते सारे ही मेरी गल नाल सहमत होणगे। हां, मुद्दे ते आओ। गुस्सा किहड़ी गल दा? किसी गल दा गुस्सा नहीं गा, बिल्कुल नहीं गुस्सा, बिल्कुल खुश हाँ मैं। खुशियां फुटदियां अंदरों, डुल डुल पैंदियां, टोकरे भरे खुशियां दे। हाँ, छाबे मूधे हो गए खुशियां दे। हाँ, जे करे नु खुशी कहने तो तुसी खुश ना ही होया करो, रब दा वास्ता। अच्छा, हां जी। होर सुनाओ, सारे जने खुश रहा करो जी। परिवारक भैणा वीर जिन्ने भी आ चढ़दी कला दे विच रहो जी। ते शुरुआत अपने आप तो करो। ते मौसम दी हाल बयानी कर दिओ। मौसम पंजाब दे विच तां भाई हैगा गर्मी वाला, पर क्योंकि हिमाचल च मींह पैंदा इस करके इत्थे बन गया हड़ वाला। अच्छा जी। पंजाब दे विच अद्धी दर्जन तो वध ਜ਼ਿਲ੍ਹਿਆਂ ਦੇ ਵਿੱਚ ਹੜ ਆ ਗਿਆ। ਸਹੀ। ਕਈ ਥਾਵਾਂ ਦੇ ਉੱਤੇ ਪਿੰਡ ਇੰਨੇ ਡੁੱਬ ਗਏ ਵੀ ਪੁੱਛੋ ਨਾ। ਕਈ ਥਾਵਾਂ ਦੇ ਉੱਤੇ ਇੰਨੀ ਕੁ ਸਥਿਤੀ ਚਿੰਤਾਬਣਕ ਬਣ ਗਈ ਵੀ ਦੱਸੇ ਨਹੀਂ ਜਾ ਸਕਦਾ। ਸੋ ਭਾਈ ਸਾਰੇ ਸੁੱਖੀ ਸਾਂਦੀ ਰਹਿਣ, सब चढ़दी कला दे विच रहन। ये जिहड़ियां आफतां आउंदियां, जिहड़े ये गेट खोल दिते गए, दरवाजे खोल दिते गए भाखड़ा दे ते पौंग डैम दे, इहदे करके जो नुकसान हो रहा उहदी छेती भरपाई होवे ते लोग सुरक्षित थां दे वल पहुंच रहे आ। सो शब्द ना जिहड़े ਉਹ ਮੁੱਕ ਜਾਂਦੇ ਆ, ਕਿਉਂਕਿ ਉਹ ਸਾਡੇ ਆਪਣੇ ਭੈਣਾ ਵੀਰ ਆ। ਜਦੋਂ ਉਹਨਾਂ ਦੇ ਪਸ਼ੂ ਰੁੜਦੇ ਹੋਣ, ਮੈਂ ਅੱਜ ਵੇਖ ਕੇ ਤਸਵੀਰ ਭਾਵੁਕ ਹੋ ਗਿਆ। ਵੀਡੀਓ ਵੀ ਆਈ ਸਾਹਮਣੇ, ਉਹਨਾਂ ਕਈ ਥਾਵਾਂ ਦੇ ਉੱਤੇ ਤੇ ਮੱਝਾਂ ਜਿਹੜੀਆਂ ਉਹਨਾਂ ਦੇ ਸਿਰਫ ਇੰਨੇ ਸਿੰਘ ਹੀ ਬਾਹਰ ਦਿਸਦੇ। ਯਕੀਨ ਮੰਨਿਓ ਵੀ ਇੰਨਾ ਪਾਣੀ ਆ ਕਈ ਥਾਵਾਂ ਤੇ, ਇੰਨੇ ਸਿੰਘ ਬਾਹਰ ਦਿਸਦੇ ਆ। ਪਤਾ ਨਹੀਂ ਉਹ ਵਿਚਾਰੀਆਂ ਡੁੱਬ ਜਾਣੀਆਂ, ਪਤਾ ਨਹੀਂ ਉਹ ਤਰ ਜਾਣੀਆਂ, ਪਤਾ ਨਹੀਂ ਅੱਗੇ ਕੀ ਬਣਨਾ। ਪਰ ਸੱਚੀ ਮੁੱਚੀ ਉਹ ਤਸਵੀਰਾਂ ਦੇਖ ਕੇ, ਉਹ ਵੀਡੀਓ ਦੇਖ ਕੇ ਨਾ ਹੌਲ ਪੈਂਦਾ। जी बिल्कुल सही किया तुसीं टाणा साहब। ये तस्वीरां जिहड़ियां ने मैं पढ़ रही सी अखबार दे विच, कहंदे कई थावां ते इहो जिहियां ने जिथे किश्ती राही भी मदद पहुंचाउणी औखी होई हुई है भी इन्ना ज़्यादा पानी दा पद्धर जिहड़ा ओह वध गया और लोग बहुत ज़्यादा समस्यावां दे विचों दी लंघ रहे ने। असीं चाहुंदे आ कि ये समस्यावां छेती हल हो जाण। हालांकि मुख मंत्री पंजाब उन्हां दा ये कहना है कि असीं सारी स्थिति जिहड़ी है उहदे वल साडी बाज नज़र है और असीं लोकां नूं जल्दी तो जल्दी जिहड़ा है ओह सुरੱਖਿਅਤ थावां वल लै जावांगे। पर वेखो कदों ਇਹ ਸਾਰਾ ਕੁਝ ਹੁੰਦਾ, ਲੋਕ ਇਸ ਵੇਲੇ ਜ਼ਰੂਰ ਸਮੱਸਿਆ ਦੇ ਵਿੱਚ। ਬਿਲਕੁਲ ਸਹੀ। ਤੇ ਹੁਣ ਆਪਾਂ ਚੱਜ ਦਾ ਵਿਚਾਰ ਸਾਂਝਾ ਕਰੀਏ। ਦੇਖੋ, ਚੱਜ ਦਾ ਵਿਚਾਰ ਗੌਰ ਨਾਲ ਸੁਣਿਓ। ਵੈਸੇ ਤੁਸੀਂ ਹਰ ਰੋਜ਼ ਗੌਰ ਨਾਲ ਹੀ ਸੁਣਦੇ ਆ, ਪਰ ਅੱਜ ਫੇਰ ਸੁਣਿਓ। ਉਹ ਇਹ ਆ ਕਿ ਅਜੀਬ ਜਿਹੀ ਹੈ ਜ਼ਿੰਦਗੀ ਦੀ ਇਹ ਦੌੜ। ਅਜੀਬ ਜਿਹੀ ਹੈ ਜ਼ਿੰਦਗੀ ਦੀ ਇਹ ਦੌੜ। ਇਹਦੇ ਵਿੱਚ ਜਿੱਤ ਜਾਈਏ ਤਾਂ ਆਪਣੇ ਹੀ ਪਿੱਛੇ ਰਹਿ ਜਾਂਦੇ ਆ, ਤੇ ਜੇ ਇਹਦੇ ਵਿੱਚ ਹਾਰ ਜਾਈਏ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਆ। ਸੋ ਇਸ ਕਰਕੇ ਜ਼ਿੰਦਗੀ ਦੀ ਦੌੜ ਬੜੀ ਅਜੀਬ ਜੀ ਆ ਜੀ। ਬਿਲਕੁਲ। ਕਈ ਵਾਰੀ ਬੰਦਾ ਕਹਿੰਦਾ ਵੀ ਮੈਂ ਤਰੱਕੀ ਕਰ ਲਈ, ਤੇ ਫਿਰ ਜਦੋਂ ਆਪਣਿਆਂ ਵੱਲ ਵੇਖੀਦਾ ਵੀ ਉਹ ਕਾਹਤੋਂ ਪਿੱਛੇ ਰਹਿ ਗਏ, ਤੇ ਕਈ ਵਾਰੀ ਇਹ ਆਪ ਪਿੱਛੇ ਰਹਿ ਜਗੇ ਤੇ ਫਿਰ ਜਿਹੜੇ ਦੂਜੇ ਉਹ ਕਹਿੰਦੇ ਲੈ ਇਹ ਪਿੱਛੇ ਰਹਿ ਗਿਆ, ਇਹਨੇ ਕੁਛ ਕੀਤਾ ਨਹੀਂ ਨਾ, ਇਹਨੇ ਤਾਂ ਐਂ ਹੀ ਰਹਿ ਜਾਣਾ ਸੀ, ਇਹਨੂੰ ਉਦੋਂ ਮੈਂ ਕਿਹਾ ਸੀ ਵੀ ਇਹਨੂੰ ਐਂ ਕਰ ਲੈਣਾ ਚਾਹੀਦਾ, ਇਹਨੇ ਉਦੋਂ ਇਉਂ ਨਹੀਂ ਕੀਤਾ, ਨਹੀਂ ਤਾਂ ਹੁਣ ਨੂੰ ਇਉਂ ਹੋ ਜਾਣਾ ਸੀ। ਫਿਰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਪਰ ਸਾਰੀ ਤਰੱਕੀ ਕਰੋ, ਜ਼ਿੰਦਗੀ ਦੀ ਦੌੜ ਦੇ ਵਿੱਚ ਸਾਰੇ ਅੱਗੇ ਨਿਕਲੋ, ਪਰ ਇਸ ਦੌੜ ਦੇ ਵਿੱਚ ਅੱਗੇ ਨਿਕਲਦੇ ਨਿਕਲਦੇ ਥੋੜੇ ਜਿਹੇ ਆਪਣੇ ਵੀ ਨਾਲ ਨਾਲ ਤੋਰੀ ਚੱਲੋ। ਸਹੀ ਕਿਹਾ। ਹੁਣ ਇਹ ਨਹੀਂ ਵੀ ਆਪਾਂ ਤਾਂ ਨਿਕਲ ਗਏ ਬਹੁਤ ਅੱਗੇ ਤੇ ਉਹ ਪਿੱਛੇ ਫਿਰਦੇ ਹੋਣ। ਉਹਨਾਂ ਨੂੰ ਮਾੜਾ ਮੋਟਾ ਧੱਕਾ ਧੁੱਕਾ ਲਾ ਕੇ ਨਾਲ ਨਾਲ ਤੋਰੋ, ਉਹ ਵੀ ਸ਼ਾਇਦ ਕਿਸੇ ਪਾਸੇ ਨੂੰ ਤੁਰ ਪੈਣ, ਮਾੜਾ ਮੋਟਾ ਉਹ ਵੀ ਨਾਲ ਰਲ ਜਾਣ। ਕੁਝ ਨਾ ਕੁਝ ਉਹਨਾਂ ਦੇ ਘਰ ਦੇ ਵਿੱਚ ਵੀ ਸਫਲਤਾ ਦੇ ਕਲਕਾਰੀਆਂ ਗੂੰਜਣ, ਗੱਲ ਫੇਰ ਬਣਦੀ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਪਰ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਟਾਣਾ ਸਾਹਿਬ, ਜਿਹੜੇ ਕਿ ਆਪਣੇ ਨਾਲ ਹੀ ਸਾਰਿਆਂ ਨੂੰ ਆਪਣਿਆਂ ਨੂੰ ਲੈ ਕੇ ਤੁਰਦੇ ਨੇ, ਜਿਹੜੇ ਆਪਣਿਆਂ ਨੂੰ ਕਦੇ ਪਿੱਛੇ ਨਹੀਂ ਛੱਡਦੇ। ਇੱਕ ਚੱਜ ਦਾ ਵਿਚਾਰ ਹੋ ਰਿਹਾ, ਸੁਣਾ ਦਿਓ, ਕਿ ਜੇਕਰ ਕੋਈ ਤੁਹਾਡੀ ਸਿਫਤ ਕਰੇ ਤਾਂ ਉਹਦੇ ਵਿੱਚੋਂ ਝੂਠ ਲੱਭੋ। ਜੇਕਰ ਤੁਹਾਡੀ ਕੋਈ ਸਿਫਤ ਕਰੇ ਤਾਂ ਉਹਦੇ ਵਿੱਚੋਂ ਝੂਠ ਲੱਭੋ, ਤੇ ਜੇਕਰ ਕੋਈ ਆਲੋਚਨਾ ਕਰੇ ਤਾਂ ਉਹਦੇ ਵਿੱਚੋਂ ਸੱਚ ਲੱਭੋ। ਕੀ ਬਾਤ ਹੈ। ਕਿਉਂਕਿ ਜਦੋਂ ਸਾਡੀ ਕੋਈ ਸਿਫਤ ਕਰਦਾ ਅਸੀਂ ਫੁੱਲ ਕੇ ਕੁੱਪਾ ਹੋ ਜਾਂਦੇ ਆ। ਮੈਂ ਹੈ ਹੀ ਇਦਾਂ ਦਾ, ਬਚਪਨ ਤੋਂ ਹੀ ਆਇਆ, ਕਦੇ ਮਾਣ ਨਹੀਂ ਕੀਤਾ। ਇਹਨਾਂ ਨੇ ਹੀਰਾ ਤਾਂ ਇਹ ਅਸਲ ਦੇ ਵਿੱਚ ਕੋਈ ਮੈਨੂੰ ਪਛਾਣ ਸਕਦਾ। ਤੇ ਜੇਕਰ ਕੋਈ ਆਲੋਚਨਾ ਕਰਦੇ ਤਾਂ ਸਿਰ 'ਚ 100 ਘੜਾ ਪਾਣੀ ਦਾ ਪੈ ਜਾਂਦਾ। ਫਿਰ ਕਹਿੰਦੇ ਮਰ ਜੇ ਇਹ ਲੈ ਜਾ ਮਗਰੋਂ। ਉਹ ਜਿਉਂਦਾ ਰਵੇ,
ਜਿਹਦੇ ਸਹੀ ਤਰੀਕੇ ਦੀ ਆਲੋਚਨਾ ਕੀਤੀ ਹੈ ਤੇ ਜ਼ਿੰਦਗੀ ਦੇ ਵਿੱਚ ਆਲੋਚਕ ਬੰਦਿਆਂ ਵਰਗੇ ਮਨੁੱਖਾਂ ਵਰਗੇ ਅਸਲ ਅਰਥਾਂ ਦੇ ਵਿੱਚ ਆਲੋਚਕ ਹੋਣੇ ਚਾਹੀਦੇ ਆ, ਸੱਭਿਅਕ ਆਲੋਚਕ ਹੋਣੇ ਚਾਹੀਦੇ ਆ। ਜਬਲਗਾ ਮਾਰਨ ਵਾਲੇ ਨਹੀਂ ਵੀ ਇੱਥੇ ਚਵਲ ਮਾਰਤੀ ਉਧਰ ਕੁਝ ਕਹਿਤਾ, ਹਾਂ ਵੀ ਜਿਹੜੇ ਐਵੇਂ ਕੁਝ ਵੀ ਕਹਿ ਦੇਣ, ਜਿਹਦਾ ਸੱਚ ਨਾਲ ਕੋਈ ਵਾਹ ਵਾਸਤਾ ਨਾ ਹੋਵੇ, ਇਹੋ ਜਿਹੇ ਆਲੋਚਕ ਵੀ ਨਹੀਂ ਚਾਹੀਦੇ। ਜਿਹੜੇ ਸੱਭਿਅਕ ਆਲੋਚਕ ਹੋਣ, ਵਾਕਈ ਗੁਣੀ ਗਿਆਨੀ ਆਲੋਚਕ ਹੋਣ, ਉਹ ਤੁਹਾਡੀ ਜ਼ਿੰਦਗੀ ਨੂੰ ਫਾਇਦਾ ਜ਼ਰੂਰ ਬਿਲਕੁਲ। ਤੇ ਹੁਣ ਆਪਣੇ ਵਾਲਾ ਆਉਣ ਦਿਓ, ਧਿਆਨ ਨਾਲ ਸੁਣਿਓ ਟਾਣਾ ਸਾਹਿਬ। ਕਹਿੰਦੇ ਕਿ ਮੇਰੇ ਨਾਲ ਤਾਂ ਸਬਰ ਦੀ ਗੱਲ ਕਰੋ ਹੀ ਨਾ। ਅੱਛਾ, ਮੇਰੇ ਨਾਲ ਤਾਂ ਸਬਰ ਦੀ ਗੱਲ ਕਰੋ ਹੀ ਨਾ। ਮੈਂ ਤਾਂ ਉੱਥੇ ਵੀ ਸਬਰ ਕੀਤਾ ਜਿੱਥੇ ਲੋਕਾਂ ਦਾ ਲਹਿਜ਼ਾ ਉਹਨਾਂ ਦੇ ਮੂੰਹ ਤੇ ਮਾਰਨ ਦੀ ਜ਼ਰੂਰਤ ਸੀ। ਅੱਛਾ, ਮੂੰਹ ਤੇ ਮਾਰਨਾ ਚਾਹੀਦਾ ਸੀ? ਉਹ ਨਹੀਂ, ਐਵੇਂ ਨਹੀਂ ਮਾਰਨਾ ਚਾਹੀਦਾ ਸੀ, ਲਹਿਜ਼ੇ ਦੀ ਗੱਲ ਹੋ ਰਹੀ ਹੈ। ਅੱਛਾ, ਮਤਲਬ ਮੈਂ ਤਾਂ ਸਬਰ ਉੱਥੇ ਵੀ ਕੀਤਾ ਜਿੱਥੇ ਲੋਕਾਂ ਦਾ ਲਹਿਜ਼ਾ ਲੋਕਾਂ ਦੇ ਮੂੰਹ ਤੇ ਮਾਰਨਾ ਚਾਹੀਦਾ ਸੀ। ਫੇਰ ਐ ਕਿਉਂ ਕਰੀ ਜਾਂਦੇ ਹੋ? ਮੈਂ ਤਾਂ ਉੱਥੇ ਵੀ ਸਬਰ ਕੀਤਾ ਜਿੱਥੇ ਲੋਕਾਂ ਦਾ ਲਹਿਜ਼ਾ ਉਹਨਾਂ ਦੇ ਮੂੰਹ ਤੇ ਮਾਰਨ ਦੀ ਜ਼ਰੂਰਤ। ਬਹੁਤ ਤਕੜੀ ਗੱਲ ਕਹੀ ਆ ਇਹ, ਅੱਛਾ ਲੱਗਿਆ ਮੈਨੂੰ। ਅਸਲ ਦੇ ਵਿੱਚ ਇਹਦੇ ਪਿੱਛੇ ਕੀ ਕਾਰਨ ਹੈ ਭਲਾ? ਕੀ ਡੂੰਘਾ ਅਰਥ ਕੀ ਹੈ ਟਾਣਾ ਸਾਹਿਬ? ਕੀ ਸਮਝ ਲੱਗਿਆ ਇਹਦੇ ਚ ਟਾਣਾ ਸਾਹਿਬ? ਮੈਨੂੰ ਹੱਥ ਖੁੱਲੇ ਛੱਡਣੇ ਪੈਣੇ ਆ। ਛੱਡ ਦਿਓ। ਲੈ ਫਿਰ ਹੁਣ ਸੁਣੋ, ਗੱਲ ਇਹ ਆ ਵੀ ਭਾਈ ਮੈਨੂੰ ਸਬਰ ਦੀ ਗੱਲ ਕਿਉਂ ਦੱਸਦੇ? ਮੈਂ ਬਥੇਰਾ ਸਬਰ ਕੀਤਾ। ਜੇ ਕਿਤੇ ਮੈਂ ਸਬਰ ਨਾ ਕੀਤਾ ਹੁੰਦਾ ਤਾਂ ਜਿਹੜੇ ਲਹਿਜੇ ਨਾਲ ਮੈਨੂੰ ਲੋਕ ਮਿਲਦੇ ਆ, ਮੈਂ ਇਸ ਲਹਿਜੇ ਦੇ ਵਿੱਚ ਹੀ ਜਵਾਬ ਦਿੰਦਾ। ਹਾਂ, ਖਰਾਬ ਰਹਿਣੇ ਮੈਂ ਉਸੇ। ਬਿਲਕੁਲ ਸਹੀ ਹੈ। ਇਹ ਸਬਰ ਹੀ ਹੈ ਜਿਹਦੇ ਕਰਕੇ ਮੈਂ ਉਹਨਾਂ ਦੇ ਲਹਿਜੇ ਨੂੰ ਬਰਦਾਸ਼ਤ ਕਰੀ ਗਿਆ। ਹਾਂ, ਮੈਂ ਚੁੱਪ ਕੀਤਾ ਰਿਹਾ। ਬਹੁਤੀ ਵਾਰ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ, ਮੈਂ ਇਹ ਸੋਚੀ ਗਿਆ। ਬਿਲਕੁਲ ਸਹੀ। ਬਹੁਤੀ ਵਾਰ ਟਾਣਾ ਸਾਹਿਬ ਇਹ ਹੁੰਦਾ ਹੈ ਕਿ ਬੰਦਾ ਨਾ ਉੱਥੇ ਸਬਰ ਕਰ ਜਾਂਦਾ ਹੈ। ਜਦੋਂ ਕੋਈ ਕਿਸੇ ਲਹਿਜੇ ਦੇ ਵਿੱਚ, ਵਿਸ਼ੇਸ਼ ਲਹਿਜੇ ਦੇ ਵਿੱਚ ਤੁਹਾਡੇ ਨਾਲ ਪੇਸ਼ ਆਉਂਦਾ ਹੈ, ਬੰਦਾ ਉੱਥੇ ਸਬਰ ਕਰ ਜਾਂਦਾ ਵੀ ਨਹੀਂ, ਮੈਂ ਪੜ੍ਹਿਆ ਲਿਖਿਆ, ਮੈਂ ਸਿਆਣਾ, ਇਸ ਲਹਿਜੇ 'ਚ ਮੈਂ ਨਹੀਂ ਇਹਦੇ ਨਾਲ ਗੱਲ ਕਰ ਸਕਦਾ। 2-3 ਸਤਰਾਂ ਅੰਗਰੇਜ਼ੀ ਦੀਆਂ ਵੀ ਸਿੱਖ ਲਓ। ਹਾਂਜੀ। I don't like, I don't care। ਗੱਲ ਸੁਣੋ, ਹਾਂ, ਪਲੀਜ਼ ਲਿਸਨ। ਸੌਰੀ, I don't like, ਹਾਂਜੀ, your attitude। ਆਏ ਹਾਏ 6.5 ਬੈਂਡ, ਹਾਂ, ਪੂਰੇ ਵੱਟ ਤੇ ਪਏ ਨੇ। ਐ ਕਹਿ ਦਿਓ। ਹਾਂ, ਐਂਡ ਫਿਰ ਕਹੋ go to hell। ਇਹ ਸੱਤਾਂ ਵਾਲੀ ਗੱਲ ਸੀ। ਅੱਛਾ, ਹਾਂ, ਆਉਂਦੀ ਆ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਦਿੱਲੀ ਦੇ ਵਿੱਚ ਕੀ ਚੱਲਦੀ ਹੈ? ਦਿੱਲੀ ਦੇ ਵਿੱਚ ਸਰਕਾਰ ਚੱਲਦੀ ਹੈ, ਮੈਟਰੋ ਵੀ ਚੱਲਦੀ ਹੈ। ਅੱਛਾ, ਕੱਲੀ ਬੱਸ ਚੱਲਦੀ ਆ, ਹਾਂਜੀ, ਕਾਰ ਚੱਲਦੀ ਆ, ਆਟੋ ਚੱਲਦਾ, ਮੈਟਰੋ ਚੱਲਦੀ ਆ। ਮੈਂ ਮੈਟਰੋ 'ਚ ਬੈਠਾ ਇੱਕ ਵਾਰੀ, ਅੱਛਾ ਜੀ, ਉਹ ਵਿੱਚੋਂ ਬੜੀ ਪਿਆਰੀ ਜਿਹੀ ਆਵਾਜ਼ ਆਉਣੀ ਥੋੜੇ ਸਮੇਂ ਬਾਅਦ, ਅਗਲਾ ਸਟੇਸ਼ਨ 12 ਖੰਬਾ ਰੋਡ। ਹਾਂ, अगला स्टेशन द्वारका। हाँ, यात्रीगण कृपया ध्यान दें, अगला स्टेशन ऐसा। टिंग टिंग, अगला स्टेशन ऐसा। मैं भी बैठी सी एक बार मैट्रो च टना साहब, उदों हले मैट्रो शुरू ही होई सी ते जदों नवी नवी शुरू होई सी चा बड़ा हुंदा ना, उदों भी उहदे बारे सुनिया बहुत सी भी, देखो जी मैट्रो चल पई, आ हो गया ओ हो गया, ते सच्ची वधिया लगदा मैट्रो च बैठ के। पर मैट्रो नाल जुड़ियां होईयां खबरां अजकल बहुत सामने आउण लग गईयां। मैट्रो च बुढ़ियां लड़ पईयां। अच्छा, मैं ना कूणियों कूणी मुक्को मुक्की हो गईयां मैट्रो जी। हां जी, उन्हां ने ऐसियां ऐसियां गल्लां कह के मैं दस्सां की, पर मैं 2-4 ही दसूंगा। एक जानी कड़ी तेरे प्यो दी मैट्रो आ, कड़ी तेरे प्यो दी मैट्रो आ। पंजाबी जी, पंजाबी दे विच ही कुछ के विच हिंदी भी लगियां पईयां। वो कहदी ऐसे मत बदतमीजी करो, कहदी मैं तो करूंगी। अगर आप बदतमीजी करोगे तो मैं भी करूंगी। ये कोई बड़ा मसला होना है, पक्की गल है। सीट पीछे लड़ पईयां हैं। हां जी, वो कहदी आप उठो यहाँ से, यहाँ तो मैं बैठूंगी। वो कहदी तेरे बाप की सीट है। वो कहनी उठती क्यों नहीं? कहनी जब मैं बैठ जाती हूँ फिर नहीं उठती। कहनी फिर मैं उठाना जानती हूँ। कहनी उठाकर दिखाओ अगर दम है तो। ऐदां दी लड़ाई लड़ी उन्होंने। लड़ाई एक बन्ने पर जेडी हिंदी वाले फट्टे चक्के ना, फिर खड़ियां हो गईं चारे पंजे जानियां। अच्छा जी। वो कहनी आप बदतमीजी कर रहे हो। कहनी मैं तो ऐसे ही करती हूँ, आओ मेरे आगे। हैं भाई धक्के मारे एक दूजी नूं। फिर ਉੱਥੇ ਤਾਂ ਕੋਈ ਤਾਕੀ ਵੀ ਨਹੀਂ ਖੋਲ ਕੇ ਉਤਰ ਸਕਦਾ। ਨਾ ਨਾ, ਉਹ ਦਰਵਾਜ਼ਾ ਵੀ ਨਹੀਂ ਖੋਲਦਾ। ਟਿੰਗ ਹੋਇਆ, ਉੱਥੇ ਉਤਰਨਾ ਪੈਣਾ। ਉਨੀ ਦੇਰ ਤੱਕ ਹੋ ਚਪੜੋ ਚਪੜੀ ਪਏ ਥੱਪੜ। ਮੈਂ ਥੱਪੜ ਨਹੀਂ ਪਏਗੇ, ਉਹ ਉੱਥੇ ਥੋੜਾ ਜਿਹਾ ਘੱਟ ਪਏ ਆ। ਮੁੱਕੇ ਮੱਕੇ ਮਾਰੇ ਉਹਨਾਂ ਨੇ, ਧੱਕੇ ਮਾਰੇ ਇੱਕ ਦੂਜੀ ਦੇ। ਹੁੱਜਾ ਹੱਜਾਂ ਦੀਆਂ ਮਾਰੀਆਂ ਵੀ ਤੂੰ ਚੱਲ ਹਨਾ। ਹਾਂ, ਇੱਕ ਦੇ ਮਾਰਿਆ, ਇੱਕ ਭਾਰੀ ਜੀ ਬੀਬੀਸੀ ਨੇ ਐ ਮਾਰਿਆ ਤੇ ਪਤਲੀ ਜੀ ਪੜਿੰਕ ਜਿਹੜੇ ਮਗਰ ਨੂੰ ਹੋ ਗਈ। ਉਹ ਤੁਹਾਡੇ ਹਾਂ, ਇੰਨੀ ਧਿਆਨ ਨਾਲ ਵੀਡੀਓ ਵੇਖੀ। ਸਾਰਿਆਂ ਨੇ ਉੱਥੇ ਬੜੀ ਗੌਰ ਨਾਲ ਦੇਖਿਆ ਵੀ ਇਹ ਇੱਥੇ ਵੀ ਛਾ ਗਈਆਂ। ਪਰ ਇਹ ਵੀਡੀਓ ਵਾਇਰਲ ਬਹੁਤ ਹੋ ਰਹੀ ਆ ਹੁਣ। ਹਾਂ, ਲੋਕੀ ਤਾਂ ਬਹੁਤ ਮਤਲਬ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਪਏ ਨੇ, ਪ੍ਰਤੀਕਿਰਿਆ ਵੱਖੋ ਵੱਖਰੀ ਤਰ੍ਹਾਂ ਦੀ ਆਉਂਦੀ ਪਈ ਆ। ਲੋਕਾਂ ਨੇ ਥੱਲੇ ਲਿਖਿਆ ਵੀ ਇਹ ਹੈ ਮੈਟਰੋ ਦਾ ਜਲਵਾ। ਹਾਂਜੀ, ਕਿਸੇ ਨੇ ਕਿਹਾ इसमें भी रंगारंग प्रोग्राम शुरू हो गया। अच्छा अच्छा। किसी ने कहा सीट के रौले हैं, कुर्सी के रौले हैं। शुक्र करो किसी ने नहीं लिखता बदला आ गया, क्योंकि आजकल ये रिवाज बड़ा चलिया हुआ है टाणा साहब। हालांकि मैं किसी पार्टी दे पक्ष च नहीं, किसी दे विरोध च नहीं, पर कुछ भी हो जाए ਥੱਲੇ ਆ ਕਮੈਂਟ ਜ਼ਰੂਰ ਆਦਾ ਬਦਲਾ ਆ ਗਿਆ। ਬੀਬੀਆਂ ਨੇ ਵੀ ਸੋਚਿਆ ਵੀ ਪੰਜਾਬ ਦੀ ਰੋਡਵੇਜ਼ ਦੀ ਬਸਤੀ ਥੋੜੀ ਰੌਲੇ ਆ। ਆਖੇ ਜੀ ਮੇਰੀ ਸੀਟ ਆ, ਮੈਂ ਬੈਠੂ, ਮੇਰੇ ਕੋਲੇ ਆਧਾਰ ਕਾਰਡ ਆ, ਐ ਕਰੂੰ ਮੈਂ ਤਾਂ ਐ ਕਰੂੰ।
ਉਹ ਕਹਿੰਦੇ ਅਸੀਂ ਵੀ ਐ ਕਰਨਾ ਜਾਣਦੀਆਂ। ਅੱਛਾ, ਅਸੀਂ ਕਿਸੇ ਤੋਂ ਘੱਟ ਨਹੀਂ ਹੈਗੀਆਂ, ਇੱਥੇ ਵੀ ਅਸੀਂ ਉਹੀ ਸਾਰਾ ਕੁਝ ਕਰ ਸਕਦੇ ਆ। ਬਿਲਕੁਲ, ਪਰ ਦੁੱਖ ਜਿਹਾ ਹੁੰਦਾ, ਸੱਚੀ ਗੱਲ ਤਾਂ ਇਹ ਹੈ। ਫਿਰ ਹਾਸੇ ਨਾਲ ਹਾਸਾ, ਪਰ ਜਦੋਂ ਇਦਾਂ ਦੀਆਂ ਵੀਡੀਓ ਆਉਂਦੀਆਂ ਦੁੱਖ ਹੁੰਦਾ। ਦੇਖੋ ਪਹਿਲੀ ਗੱਲ ਤਾਂ ਵੀ ਐਡਾ ਕਿੱਡਾ ਤਕੜਾ ਮਸਲਾ ਹੋਊਗਾ ਵੀ ਆਪਾਂ ਘੱਟੋ 150-200 ਕਿਲੋਮੀਟਰ ਜਾਣਾ ਇਹਦੇ ਰਾਹੀਂ, ਇੱਥੇ ਨਾ ਬੈਠਾਂਗੇ ਤੇ ਟਿੰਗ ਟਿੰਗ ਹੋਈ ਲੋ ਆ 2 ਮਿੰਟਾਂ ਬਾਅਦ। ਨਾਲੇ ਸਭ ਤੋਂ ਵੱਡੀ ਗੱਲ ਤਾਂ ਇਹ ਟਾਣਾ ਸਾਹਿਬ, ਅੱਜ ਕੱਲ ਹਰ ਇੱਕ ਦੇ ਹੱਥ 'ਚ ਮੋਬਾਈਲ ਆ, ਹਰ ਇੱਕ ਬੰਦਾ ਪੱਤਰਕਾਰ ਹੈ ਨਾ। ਕਿਹਦੀ ਵੀਡੀਓ ਕਿੱਥੇ ਕੋਈ ਬਣਾਉਣ ਲੱਗ ਜਾਏ, ਲੜਾਈ ਝਗੜੇ ਦੀ ਤਾਂ ਫੱਟ ਬਣਦੀ ਹੈ ਨਾ। ਤੇ ਤੁਸੀਂ ਥੋੜਾ ਜਿਹਾ ਸੋਚ ਲਓ ਵੀ ਹੁਣ ਤੁਹਾਡੇ ਰਿਸ਼ਤੇਦਾਰ, ਤੁਹਾਡੇ ਬੱਚਿਆਂ ਤੱਕ, ਤੁਹਾਡੇ ਘਰਾਂ ਤੱਕ ਵੀ ਇਹ ਵੀਡੀਓ ਪਹੁੰਚੂਗੀ ਤੇ ਕਿੰਨਾ ਕਿ ਚੰਗਾ ਇਹ ਸਾਰੀਆਂ ਗੱਲਾਂ ਹਨਾ ਅਸਰ ਪਾਉਂਦੀਆਂ ਨੇ। ਵੀ ਕੀ ਹੋ ਜੂ ਜੇ ਇੱਕ ਸੀਟ ਤੇ ਇੱਕ ਬੰਦਾ ਖੜ ਕੇ ਚੱਲ ਜਾਵੇ, ਇੱਕ ਜਣਾ ਬਹਿ ਕੇ ਚੱਲ ਜਾਵੇ, ਜਾਂ ਜੇਕਰ ਉਹ ਸੀਟ ਪਹਿਲਾਂ ਹੀ ਉਸ ਬੀਬੀ ਦੀ ਸੀ ਤਾਂ ਫਿਰ ਦੂਜੀ ਨੂੰ ਆ ਕੇ ਬਹਿਣਾ ਨਹੀਂ ਸੀ ਚਾਹੀਦਾ। ਥੋੜੀ ਜਿਹੀ ਸਹਿਨਸ਼ੀਲਤਾ ਦੀ ਕਮੀ ਆਈ ਜਾਂਦੀ ਹੈ। ਇਹ ਕੱਲ ਤਾਂ ਬੀਬੀਆਂ ਦੀ ਗੱਲ ਨਹੀਂ, ਬੰਦੇ ਇਹਨਾਂ ਗੱਲਾਂ ਦੇ ਪਿੱਛੇ ਘੱਟ ਲੜਦੇ। ਉਹਦਾ ਹਾਂ, ਬੀਬੀਆਂ ਬਾਹਲਾ ਲੜਦੀਆਂ ਜੀ, ਬੰਦੇ ਵੀ ਲੜਦੇ ਆ ਪਰ ਬੀਬੀਆਂ ਨਾਲ ਬਾਹਲਾ ਲੜਦੀਆਂ ਨਹੀਂ। ਪਰ ਜਿਵੇਂ ਮਹੱਲੇ 'ਚ ਲੜਾਈ ਹੁੰਦੀ ਆ ਨਾ, ਉਹ ਮੈਂ ਨਾ ਉਸ ਤਰ੍ਹਾਂ ਦੀ ਲੜਾਈ ਲੜੀ ਰਹਿਣੇ। ਹਾਂ, ਇਹ ਪਤਾ ਨਹੀਂ ਟਾਣਾ ਸਾਹਿਬ, ਮੈਂ ਤਾਂ ਨਾ ਇਸ ਗੱਲ ਚੋਂ ਹੀ ਬਾਹਰ ਆ ਗਈਆਂ ਵੀ ਬੀਬੀਆਂ ਲੜਦੀਆਂ ਕਿ ਬੰਦੇ ਲੜਦੇ, ਕਿਉਂਕਿ ਅੱਜ ਕੱਲ ਤੱਕ ਕੁਝ ਵੀ ਸੰਭਵ ਆ। ਮਤਲਬ ਤੁਸੀਂ ਇਹ ਵੇਖੋ, ਮੈਂ ਹੈਰਾਨ ਹੁੰਨੀ ਆ ਦੁਨੀਆ 'ਚ ਹੋਈ ਕੀ ਜਾਂਦਾ। ਵੀ ਅੱਜ ਕੱਲ ਤਾਂ ਇਹ ਗੱਲ ਕਹਿ ਹੀ ਨਹੀਂ ਸਕਦੇ ਵੀ ਫਲਾਣਾ ਐ ਕਰਦਾ ਫਲਾਣਾ ਨਹੀਂ ਕਰਦਾ, ਅੱਜ ਕੱਲ ਕੁਝ ਵੀ ਹੋ ਸਕਦਾ। ਪਰ ਮੈਂ ਤਾਂ ਕਹਿਣਾ ਕੀ ਜੀ, ਇਹਨਾਂ ਨੇ ਗਲਤ ਕੀਤਾ। ਨਹੀਂ, ਉਹ ਤਾਂ ਗਲਤ ਹੀ ਕੀਤਾ। ਬੀਬੀਆਂ ਨਾਲ ਵੱਧ ਲੜਦੀਆਂ, ਬੰਦੇ ਵੀ ਬਰਦਾਸ਼ਤ ਘੱਟ ਕਰਦੀਆਂ। ਅੱਛਾ ਜੀ, ਬੀਬੀ ਨਾਲ ਰੌਲਾ ਵੱਧ ਆ, ਬੰਦੇ ਨਾਲ ਘੱਟ ਆ। ਅੱਛਾ, ਹਾਂ। ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਹੁਣੇ ਤੁਸੀਂ ਬਿਆਨ ਦਿੱਤਾ, ਇਹ ਗੱਲ ਇੱਥੇ ਕਹੀ ਕਿ ਬੰਦੇ ਨਹੀਂ ਲੜਦੇ, ਬੁੜੀਆਂ ਵੱਧ ਲੜਦੀਆਂ ਨੇ। ਬੁੜੀਆਂ ਵੱਧ ਲੜਦੀਆਂ, ਬੁੜੀਆਂ ਨਾਲ ਅਕਸਰ ਲੜ ਪੈਂਦੀਆਂ, ਬੀਬੀਆਂ ਨਾਲ ਅਸਲ ਦੇ ਵਿੱਚ ਅਕਸਰ ਲੜ ਪੈਂਦੀਆਂ ਨਿੱਕੀ ਜੀ ਗੱਲ ਤੇ। ਗੱਲ ਕਈ ਵਾਰੀ ਹੁੰਦੀ ਵੀ ਨਹੀਂ, ਉਹ ਬਸ ਨਾ ਐਵੇਂ ਬਸ ਕੋਈ ਨਾ ਕੋਈ ਰੌਲਾ ਪੈ ਜਾਂਦਾ ਤੇ ਰੌਲਾ ਪੈਣਾ ਨਹੀਂ ਚਾਹੀਦਾ। ਉਹ ਦੇਖੋ, ਔਰਤ ਦਾ ਸਤਿਕਾਰਯੋਗ ਆ, ਔਰਤ ਦੀ ਕੀ ਬਾਤ ਆ, ਕੋਮਲ ਹੈ, ਕਮਜ਼ੋਰ ਨਹੀਂ, ਠੀਕ ਆ। ਪਰ ਇਸ ਕਰਕੇ ਬਣਾ ਕੇ ਰੱਖੀ ਜਾਵੇ ਜੀ, ਬਣਾ ਕੇ ਰੱਖੀ ਜਾਵੇ। ਪਰ ਤੁਹਾਡੀ ਇਹ ਗੱਲ ਨੂੰ ਹੁਣੇ ਮੈਂ ਗਲਤ ਸਾਬਤ ਕਰ ਦੇਣਾ, ਕਿਉਂਕਿ ਪੰਜਾਬ ਦੇ ਵਿੱਚ 2 ਬਹੁਤ ਉੱਚੇ ਅਹੁਦਿਆਂ ਦੇ ਉੱਪਰ ਬੈਠੇ ਹੋਏ ਬੰਦੇ, ਉਹਨਾਂ ਦੀ ਲੜਾਈ ਵੀ ਮੁੱਕਣ ਦਾ ਨਾਂ ਨਹੀਂ ਲੈ ਰਹੀ। ਬਿਲਕੁਲ ਸਹੀ ਗੱਲ। ਉਹ ਵੀ ਦੋਵੇਂ ਇੱਕ ਦੂਜੇ ਨੂੰ ਉਹ ਗੱਲਾਂ ਕਹਿੰਦੇ ਨੇ, ਉਹ ਗੱਲਾਂ ਕਹਿੰਦੇ ਨੇ ਜਿਹੜੇ ਬੁੜੀਆਂ ਵੀ ਨਹੀਂ ਕਹਿੰਦੀਆਂ ਇੱਕ ਦੂਜੇ ਨੂੰ। ਪਰ ਉਹ ਧੱਕੇ ਤਾਂ ਨਾ ਮਾਰਦੇ ਚੱਲ ਪਰੇ ਹੋ ਜਾ। ਪਰ ਜਿਹੜੀਆਂ ਉਹ ਗੱਲਾਂ ਕਹਿੰਦੇ ਉਹ ਧੱਕਿਆਂ ਤੋਂ ਘੱਟ ਨਹੀਂ। ਕੋਈ ਕਿਸੇ ਨੂੰ ਕੁਝ ਕਹੀ ਜਾਂਦਾ, ਕੋਈ ਕਿਸੇ ਨੂੰ ਕੁਝ ਕਹੀ ਜਾਂਦਾ। ਹੁਣ ਤਾਂ ਤੋਪਾਂ ਦਾ ਵੀ ਰੌਲਾ ਪੈ ਗਿਆ। ਤੋਪਾਂ ਦਾ ਕਿਵੇਂ? ਲੈ, ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਟਾਣਾ ਸਾਹਿਬ, ਭਗਵੰਤ ਮਾਨ ਹੋਰਾਂ ਨੇ ਇੱਕ ਬਿਆਨ ਦਿੱਤਾ ਸੀ ਪਿਛਲੇ ਦਿਨੀ, ਕਹਿੰਦੇ ਰਾਜਪਾਲ ਸਾਹਿਬ ਨੇ ਆਪਣੇ ਘਰ ਦੇ ਬਾਹਰ ਤੋਪਾਂ ਲਾਈਆਂ ਹੋਈਆਂ ਨੇ। ਬਿਲਕੁਲ ਜੀ, ਉਹ ਸਰਕਾਰੀ ਜਿਹੜਾ ਘਰ ਆ ਤੇ ਉਹਦੇ ਬਾਹਰ ਤੋਪਾਂ ਲੱਗੀਆਂ ਹੋਈਆਂ। ਤੋਪਾਂ ਜਿਵੇਂ ਇੱਕ ਨਮੂਨੇ ਦੇ ਤੌਰ ਦੇ ਉੱਤੇ ਤੋਪਾਂ ਲੱਗੀਆਂ ਹੋਈਆਂ, ਐ ਨਹੀਂ ਵੀ ਉੱਥੇ ਕੋਈ ਨੁਕਸਾਨ ਵਾਲੀ ਗੱਲ ਨਹੀਂ। ਉਹ ਨਹੀਂ, ਹੋਰ ਉੱਥੇ ਲੜਨ ਨੂੰ ਥੋੜੀ ਉਹਨਾਂ ਨੇ ਲਿਆ ਕੇ ਤੋਪਾਂ ਰੱਖ ਦਿੱਤੀਆਂ ਵੀ ਉਹ ਠੀਕ ਆ ਉੱਥੇ ਲੱਗੀਆਂ ਹੋਣਗੀਆਂ। ਪਰ ਹੁਣ ਕਹਿੰਦੇ ਆ ਕਿ ਉਹਨਾਂ ਨੇ ਰਾਤ ਦਾ ਭੋਜਨ, ਰਾਤਰੀ ਭੋਜਨ, ਉਹਦੇ ਲਈ ਸੱਦਿਆ ਸੀ ਸਾਰਿਆਂ ਨੂੰ। ਉਹ ਸੀਗਾ ਜੀ ਐਟ ਹੋਮ ਜੀ, ਐਟ ਹੋਮ ਪ੍ਰੋਗਰਾਮ ਦੇ ਨਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਬਾਕੀ ਮੋਹਤਬਰ ਸ਼ਖਸੀਅਤਾਂ ਨੂੰ, ਬਾਕੀ ਮੰਤਰੀ ਸਾਹਿਬਾਨ ਨੂੰ, ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਰਾਜਪਾਲ ਸਾਹਿਬ ਨੇ ਬੁਲਾਇਆ ਸੀਗਾ ਜੀ। ਤੇ ਮੁੱਖ ਮੰਤਰੀ ਸਾਹਿਬ ਗਏ ਨਹੀਂ। ਸ਼ਾਇਦ ਕੋਈ ਰੁਝੇਵਾਂ ਹੋਵੇ, ਸ਼ਾਇਦ ਕੋਈ ਪੁਰਾਣਾ ਹਰਖ ਹੋਵੇ ਜਿਹੜਾ ਮੱਠਾ ਨਹੀਂ ਪਿਆ, ਕੋਈ ਵੀ ਕਾਰਨ ਹੋਗਾ। ਤੇ ਪੱਤਰਕਾਰਾਂ ਨੇ ਪੁੱਛ ਲਿਆ ਰਾਜਪਾਲ ਸਾਹਿਬ ਨੂੰ ਸਵਾਲ ਜੀ, ਕਹਿੰਦੇ ਵੀ ਰਾਜਪਾਲ ਸਾਹਿਬ ਭਗਵੰਤ ਮਾਨ ਸਾਹਿਬ ਨਹੀਂ ਆਏ। ਉਹ ਕਹਿੰਦੇ ਅਬ ਹਮ ਕਿਆ ਬੋਲੇ, हंस के बोले हो अब हम क्या बोलें, शायद वो यहाँ लगी तोपों से डर गए होंगे। अच्छा जी, वाह वाह, उन्होंने भी तंज कसता, पुरानी गल दे नाल गल जोड़ती उन्होंने। हाँ, सो इस तरीके दा काम चलदा जी। मतलब लड़ाई उधर भी पई हुई है ते मैनू पूरी उम्मीद है कि मुख्यमंत्री साहब भी तो जवाब देणगे, हो सकदा। हाँ, छेती आया लियो। बिल्कुल, हाँ। पर गल है भी विरोधी पार्टियां गल कहंदियां भी देखो असीं तां पंजाब दे विच विकास कीता बहुत, ये कख नहीं करदे। असीं देखो पंजाब दे विच लहरां बहरां लातीआं, ये देखो कख नहीं करदे। असीं देखो पंजाब दे विच की नहीं कीता, ये दसो इन्हां ने की कीता। हुण कल्ले कल्ले बंदे नूं तां उत्तर देना औखा हुंदा, पर साडी सारिआं नूं बेनती यही है भी जे तुसीं बहुत विकास कीता, जे तुसीं सिरा लाता ते यार पंजाब दे लोग कमले थोड़ी आ भी विकास वाले नूं परे करता जी। कोई ना कोई तां कमी पेशी आप जी दे विच सी ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਜਿਨ੍ਹਾਂ ਨੂੰ ਰਾਜਨੀਤੀ ਬਾਰੇ ਪਤਾ ਹੀ ਨਹੀਂ ਸੀ ਜੀ, ਤੇ ਉਹ ਵੀ ਇਕੱਠੇ 92 ਦੇ 92। ਹਾਂ, ਇਹ ਵੀ ਨਹੀਂ ਵੀ ਥੋੜਾ ਬਹੁਤ ਇਹ ਵੀ ਨਹੀਂ ਗੱਲ ਕਹਿੰਦੇ ਵੀ 92 ਦੇ 92 ਅੱਜ ਕਸਵੱਟੀ ਤੇ ਖਰੇ ਉਤਰ ਰਹੇ, ਬਿਲਕੁਲ ਨਹੀਂ ਕਹਿੰਦੇ। ਸਹੀ, ਇਹ ਹੁਣ ਪੰਜਾਬ ਦੇ ਲੋਕ ਦੱਸਣਗੇ ਵੀ ਭਾਈ ਇਹਨਾਂ ਨੂੰ ਕਿੱਥੇ ਜੇ ਰੱਖਣਾ,
ਜੇ ਤਾਂ ਚੰਗੇ ਲੱਗੇ ਜੀ ਤਾਂ 92 ਦੀ ਥਾਂ ਤੇ ਹੋ ਸਕਦਾ ਅਗਲੀ ਵਾਰੀ 98 ਵੀ ਹੋ ਜਾਣ, ਤੇ ਜੇ ਨਾ ਚੰਗੇ ਲੱਗੇ ਤਾਂ ਹੋ ਸਕਦਾ 9 ਵੀ ਨਾ ਰਹਿਣ। ਬਿਲਕੁਲ ਇਹ ਤਾਂ ਲੋਕਾਂ ਨੇ ਟਾਣਾ ਸਾਹਿਬ ਇਹ ਜਿਹੜੀਆਂ ਇਹ ਵਿਧਾਨ ਸਭਾ ਵਾਲੀਆਂ ਚੋਣਾਂ ਹੋਈਆਂ ਸੀ, ਜਿਹੜਾ ਇਹਨਾਂ ਦਾ ਨਤੀਜਾ ਸੀ ਨਾ, ਇਹਨਾਂ ਨਤੀਜਿਆਂ ਨੇ ਬਹੁਤ ਕੁਝ ਸਾਫ਼ ਕਰਤਾ ਸੀ ਕਿ ਲੋਕ ਜੇ ਇੱਕੋ ਦਮ 92 ਜਿਤਾ ਸਕਦੇ ਨੇ ਤੇ ਜਿਹੜੇ ਹੰਡੇ ਹੋਏ ਸਿਆਸਤਦਾਨ ਨੇ ਉਹਨਾਂ ਨੂੰ ਪਾਸੇ ਕਰ ਸਕਦੇ ਨੇ ਤਾਂ ਲੋਕ ਕੁਝ ਵੀ ਕਰ ਸਕਦੇ ਨੇ, ਹਨਾ। ਇਹ ਸਾਰੀਆਂ ਪਾਰਟੀਆਂ ਦੇ ਸਾਰੇ ਸਿਆਸਤਦਾਨਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਮਤਲਬ ਤੁਸੀਂ ਕਿਸੇ ਚੀਜ਼ ਦੇ ਬਾਰੇ 'ਚ ਪਤਾ ਲਾ ਸਕਦੇ ਹੋ, ਲੋਕ ਚਾਹੁਣ ਕੁਝ ਵੀ ਹੋ ਸਕਦਾ ਹੈ। ਪਰ ਗੱਲ ਇੱਥੇ ਨਿੱਕੀ ਜੀ ਇਹ ਹੈ ਕਿ ਜੇਕਰ ਤੁਸੀਂ ਵਿਕਾਸ ਕੀਤਾ, ਚਾਹੇ ਉਹ ਮੌਜੂਦਾ ਪਾਰਟੀ ਦੀ ਆਪਾਂ ਸੱਤਾਧਰ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਵਿਰੋਧੀਆਂ ਦੀ ਗੱਲ ਕਰ ਲਈਏ, ਜੇਕਰ ਤੁਸੀਂ ਲੋਕਾਂ ਲਈ ਕੰਮ ਕੀਤਾ ਤੇ ਇਹ ਕਿਸੇ ਤੇ ਕੋਈ ਆਸਾਨ ਨਹੀਂ, ਤੁਹਾਡੀ ਡਿਊਟੀ 'ਚ ਸ਼ਾਮਲ ਸੀ। ਹਾਂ, ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ, ਸ਼ਾਇਦ ਕਿਸੇ ਨੂੰ ਕੌੜੀ ਲੱਗੇ, ਇਹ ਜਿਹੜੇ ਵੀ ਵਿਰੋਧੀ ਪਾਰਟੀਆਂ ਵਾਲੇ ਆ, ਭਾਵੇਂ ਉਹ ਕਾਂਗਰਸ ਤੇ ਭਾਵੇਂ ਕੋਈ ਹੋਰ ਸਿਆਸੀ ਧਿਰ, ਇਹ ਆਪਣੇ ਆਪ ਨੂੰ ਸਵਾਲ ਕਰਨ ਵੀ ਤੁਹਾਨੂੰ ਇਕੱਠੇ ਹੋਇਆਂ ਨੂੰ ਕਿੰਨਾ ਚਿਰ ਹੋ ਗਿਆ ਜੀ। ਸਾਰੇ ਜਾਣੇ ਇੱਕ ਥਾਂ ਦੇ ਉੱਤੇ 2 ਘੰਟੇ ਪਿਛਲੇ 1.5 ਸਾਲ ਦੇ ਵਿੱਚ ਕਦੇ ਇਕੱਠੇ ਹੋਏ ਤਾਂ ਦੱਸੋ। ਮੈਂ ਨਹੀਂ ਕਹਿੰਦਾ ਵੀ ਤੁਸੀਂ ਹੋਏ ਨਹੀਂ ਜਾਂ ਕਿਵੇਂ ਆ, ਇੱਕ ਉਦਾਹਰਨ ਹੀ ਪੇਸ਼ ਕਰ ਦਿਓ ਵੀ ਯਾਰ ਅਸੀਂ ਇਕੱਠੇ ਹਾਂ, ਦਿਖਾਵੇ ਲਈ ਪੇਸ਼ ਕਰ ਦਿਓ ਵੀ ਅਸੀਂ ਇਕੱਠੇ ਹਾਂ। ਹਰ ਪਾਰਟੀ ਦੇ ਵਿੱਚ 6-6 7-7 ਧੜੇ ਬਣੇ ਪਏ ਆ ਤੇ ਆਪਾਂ ਕਹਿੰਦੇ ਵੀ ਭਾਈ ਅਸੀਂ ਫੱਟੇ ਚੱਕ ਲੈਣੇ ਆ। ਯਾਰ ਫੱਟੇ ਕਿਵੇਂ ਚੱਕੇ ਜਾਣਗੇ? ਔਰ ਇਹ ਕਦੀ ਸੂਬਾ ਪੱਧਰੀ ਗੱਲ ਨਹੀਂ ਆ, ਤੁਸੀਂ ਪੂਰੇ ਸਮੁੱਚੇ ਭਾਰਤ ਦੀ ਗੱਲ ਕਰ ਲਓ। ਇਹ ਸਮੁੱਚੇ ਭਾਰਤ ਨੂੰ ਲੈ ਕੇ ਵੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਵਿਰੋਧੀ ਕਿੰਨਾ ਕੁ ਇਕੱਠੇ ਹੁੰਦੇ ਨੇ, ਇਹ ਉਹਨਾਂ ਨੂੰ ਆਪਣੇ ਆਪ ਨੂੰ ਸਵਾਲ ਕਰਨਾ ਚਾਹੀਦਾ ਹੈ ਨਾ। ਸੋ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਟਾਣਾ ਸਾਹਿਬ ਕਿ ਜੇਕਰ ਇੰਨਾ ਵਿਕਾਸ ਹੋਇਆ ਹੁੰਦਾ ਤੇ ਅੱਜ ਪੰਜਾਬ ਦੇ ਆ ਹਾਲਾਤ ਨਾ ਹੁੰਦੇ ਤੇ ਤੁਹਾਡੇ ਵੀ ਆ ਹਾਲਾਤ ਨਾ ਹੁੰਦੇ, ਤੇ ਜੇਕਰ ਅੱਜ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚ ਹੈ ਤੇ ਜੇ ਹੁਣ ਵਾਲਿਆਂ ਨੇ ਵੀ ਕੁਝ ਨਾ ਕੀਤਾ ਤਾਂ ਤੁਸੀਂ ਵੀ ਛੇਤੀ ਉਸੇ ਕਤਾਰ 'ਚ ਬੈਠ ਜਾਓਗੇ। ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ ਆਪਾਂ ਪਿਛਲੇ ਦਿਨੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਹੁਣ SGPC ਇਸ ਗੱਲ ਦੇ ਉੱਪਰ ਵਿਚਾਰ ਕਰ ਰਹੀ ਹੈ ਕਿ ਗੁਰੂ ਘਰਾਂ ਦੇ ਵਿੱਚ ਖਿਡੌਣੇ ਤੇ ਜਹਾਜ਼ ਨਹੀਂ ਚੜਾਏ ਜਾਣਗੇ, ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਤੱਲਣ ਗੁਰਦੁਆਰਾ ਸਾਹਿਬ, ਜਿੱਥੇ ਅਕਸਰ ਇਹ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਲੋਕ ਬਾਹਰ ਜਾਣ ਦੇ ਲਈ ਜਹਾਜ਼ ਚੜਾਉਂਦੇ ਰਹੇ ਨੇ, ਹੁਣ ਕਹਿੰਦੇ ਉੱਥੇ ਵੀ ਜਹਾਜ਼ ਨਹੀਂ ਚੜਾਏ। ਦੇਖੋ, ਪਹਿਲੀ ਗੱਲ ਤਾਂ ਹੈ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਜਿਹੜੇ ਜੀ, ਉਹਨਾਂ ਦੇ ਵੱਲੋਂ ਪਿਛਲੇ ਦਿਨੀ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ, ਵੱਖ-ਵੱਖ ਮਸਲਿਆਂ ਦੇ ਉੱਤੇ ਮਹੱਤਵਪੂਰਨ ਵਿਚਾਰਾਂ ਕੀਤੀਆਂ ਗਈਆਂ ਸੀ। ਜਿਹੜੀ ਪੰਜਾਬ ਦੀ ਜਵਾਨੀ ਪ੍ਰਵਾਸ ਕਰ ਰਹੀ ਆ, ਬਾਹਰਲੇ ਮੁਲਕ 'ਚ ਜਾ ਰਹੀ ਹੈ, ਇਹਦੇ ਉੱਤੇ ਵੀ ਚਰਚਾ ਹੋਈ। ਹੋਰ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਈ। ਗੁਰੂ ਘਰਾਂ ਦੇ ਵਿੱਚ ਜਿਹੜੇ ਖਿਡੌਣਾ ਜਹਾਜ਼ ਤੇ ਹੋਰ ਖਿਡੌਣੇ ਚੜਾਏ ਜਾਂਦੇ, ਇਹਦੇ ਉੱਤੇ ਚਰਚਾ ਹੋਈ। ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਿਆ ਇੱਕ ਵਿਅਕਤੀ, ਇੱਕ ਸ਼ਰਧਾਲੂ, ਉੱਥੇ ਜਹਾਜ਼ ਰੱਖਿਆ ਆ। ਉਹ ਫੋਟੋ ਬਹੁਤ ਵਾਇਰਲ ਹੋਈ। ਉਹ ਜਿਹੜੀ ਇੱਕ ਸੇਵਾਦਾਰ ਦੇ ਵੱਲੋਂ ਜਹਾਜ਼ ਨੂੰ ਫੜ ਕੇ ਦੇਖਿਆ ਜਾ ਰਿਹਾ ਇਦਾਂ, ਕਿਉਂਕਿ ਸੰਗਤ ਬਹੁਤ ਹੁੰਦੀ ਆ, ਸ਼ਾਇਦ ਪਤਾ ਹੀ ਨਾ ਲੱਗਿਆ ਹੋਵੇ ਅੱਖ ਦੇ ਫੋਰ ਦੇ ਵਿੱਚ ਵੀ ਕਿਹਨੇ ਐ ਕਰਕੇ ਜਹਾਜ਼ ਚੜਾਇਆ ਤੇ ਚਲਾ ਗਿਆ। ਪਰ ਉਸ ਤੋਂ ਬਾਅਦ ਇਸ ਗੱਲ ਦੇ ਉੱਤੇ ਫੈਸਲਾ ਕੀਤਾ ਗਿਆ ਵੀ ਭਾਈ ਅਸੀਂ ਗੁਰੂ ਘਰਾਂ ਦੇ ਵਿੱਚ, ਗੁਰੂ ਦੇ ਦੁਆਰਿਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਜਹਾਜ਼ ਚੜਾਉਣ ਦੇ ਉੱਤੇ, ਖਿਡੌਣੇ ਚੜਾਉਣ ਦੇ ਉੱਤੇ ਰੋਕ ਲਾਉਣੀ ਆ। ਪੰਜਾਬ ਦੇ ਵਿੱਚ ਕਈ ਧਾਰਮਿਕ ਥਾਵਾਂ ਐਸੀਆਂ ਵੀ ਆ ਜਿੱਥੇ ਕਿ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਜਾ ਕੇ ਖਿਡੌਣਾ ਚੜਾਉਂਦੇ ਆ। ਉਹਨਾਂ ਨੇ ਆਪਦੀ ਮਾਨਤਾ ਬਣਾ ਲਈ ਵੀ ਭਾਈ ਜੇਕਰ ਅਸੀਂ ਇੱਥੇ ਖਿਡੌਣਾ ਚੜਾਵਾਂਗੇ ਤਾਂ ਸਾਡੇ ਘਰੇ ਕਲਕਾਰੀਆਂ ਗੂੰਜਣਗੀਆਂ, ਸਾਡੇ ਘਰੇ ਬੱਚਾ ਹੋਊਗਾ। ਪਰ ਇਦਾਂ ਦੀਆਂ ਗੱਲਾਂ ਦੇ ਬਾਰੇ ਤਰਕ ਨਾਲ ਸੋਚਣਾ ਚਾਹੀਦਾ। ਅਸੀਂ ਕੁਝ ਨਹੀਂ ਕਹਿੰਦੇ, ਨਾ ਕਿਸੇ ਨੂੰ ਮਾੜਾ ਕਹੀਏ ਨਾ ਕਿਸੇ ਨੂੰ ਚੰਗਾ ਕਹੀਏ, ਕਿਉਂਕਿ ਗੱਲਾਂ ਤੁਹਾਡੀ ਆਸਥਾ ਦੀਆਂ, ਪਰ ਆਸਥਾ ਤੇ ਅੰਧ ਵਿਸ਼ਵਾਸ ਦੇ ਵਿੱਚ ਵੀ ਫਰਕ ਨਿਖੇੜ ਕੇ ਦੇਖੋ। ਹੁਣ ਤੱਲਣ ਗੁਰੂ ਘਰ ਦੇ ਵਿੱਚ ਅਸੀਂ ਵੀ ਜਾਂਦੇ ਹਾਂ, ਨਤਮਸਤਕ ਹੋਣ ਲਈ ਜਾਂਦੇ ਹਾਂ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਸਿਰ ਝੁਕਾਉਂਦੇ ਆ, ਬਹੁਤ ਸਾਰੇ ਲੋਕ ਜਾਂਦੇ, ਪ੍ਰਸ਼ਾਦਾ ਪਾਣੀ ਵੀ ਛਕਦੇ ਆ, ਉੱਥੇ ਜਿੰਨੀ ਕਿ ਸਾਡੀ ਕੋਈ ਹੈਸੀਅਤ ਆ ਉੱਥੇ ਅਸੀਂ ਸੇਵਾ ਵੀ ਕਰਦੇ ਆ। ਪਰ ਗੱਲ ਇਹ ਆ ਵੀ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਾ ਕੇ ਜਹਾਜ਼ ਚੜਾਉਂਦੀ ਆ। ਉੱਥੇ ਇੱਕ ਮਾਨਤਾ ਬਣ ਗਈ ਆ ਕਿ ਭਾਈ ਇੱਥੇ ਜਹਾਜ਼ ਚੜਾਵਾਂਗੇ ਤਾਂ ਵਿਦੇਸ਼ ਛੇਤੀ ਜਾਵਾਂਗੇ। ਉੱਥੇ ਨਾ ਇੱਕ ਥਾਂ ਤੇ ਬੋਰਡ ਲੱਗਾ ਹੋਇਆ, ਉਹਦੇ ਉੱਤੇ ਲਿਖਿਆ ਹੋਇਆ ਕਿਰਪਾ ਕਰਕੇ ਸੰਗਤ ਜੀ ਗੋਲਕ ਉੱਤੇ ਆਪਣਾ ਪਾਸਪੋਰਟ ਨਾ ਰੱਖੋ। ਜੀ ਮੈਂ ਪੜਿਆ, ਪਾਸਪੋਰਟ ਗੋਲਕ ਵਿੱਚ ਡਿੱਗਣ ਤੋਂ ਬਾਅਦ ਪ੍ਰਬੰਧਕਾਂ ਦੀ ਮੁਸ਼ਕਲ ਦੇ ਵਿੱਚ ਵਾਧਾ ਹੋ ਜਾਂਦਾ ਹੈ। ਮੇਰਾ ਖਿਆਲ ਇਹ ਇਬਾਰਤ ਆ। ਸਹੀ, ਤੇ ਮਤਲਬ ਇਹ ਆ ਵੀ ਅਸੀਂ ਪਾਸਪੋਰਟ ਜਾ ਕੇ ਉੱਥੇ ਰੱਖਦੇ ਆ ਤੇ ਤਾਂ ਹੀ ਪ੍ਰਬੰਧਕਾਂ ਨੂੰ ਲਿਖਣਾ ਪਿਆ। ਪਰ ਗੱਲ ਇਹ ਆ ਵੀ ਹੁਣ ਆਪਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵੀ ਭਾਈ ਅਸੀਂ ਅੰਧ ਵਿਸ਼ਵਾਸ ਨਾਲ ਤਾਂ ਨਹੀਂ ਜੁੜੇ ਕਿਤੇ। ਸਿੱਖੀ ਸਾਨੂੰ ਅੰਧ ਵਿਸ਼ਵਾਸ ਤੋਂ ਦੂਰ ਰਹਿਣ ਲਈ ਕਹਿੰਦੀ ਆ, ਸਿੱਖੀ ਸਾਨੂੰ ਕਿਰਤ ਕਰਨ ਦੇ ਲਈ ਕਹਿੰਦੀ ਆ, ਤੇ ਅਸੀਂ ਭਾਈ ਕਿਤੇ ਅੰਧ ਵਿਸ਼ਵਾਸ ਦੇ ਨਾਲ ਤਾਂ ਨਹੀਂ ਜੁੜੇ, ਇਹਦੇ ਵੱਲ ਗੌਰ ਕਰੀਏ। ਮੈਂ ਤਾਂ ਸੋਚਦਾ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ, ਜਥੇਦਾਰ ਸਾਹਿਬ ਦੇ ਵੱਲੋਂ ਬੜਾ ਮਹੱਤਵਪੂਰਨ ਤੇ ਢੁਕਵਾਂ ਫੈਸਲਾ ਕੀਤਾ ਗਿਆ। ਇਹ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਵੀ ਕਿਸੇ ਵੀ ਗੁਰੂ ਘਰ
ਦੇ ਵਿੱਚ ਕਿਤੇ ਵੀ ਕੋਈ ਅੰਧ ਵਿਸ਼ਵਾਸ ਦੀ ਗੱਲ ਨਹੀਂ ਹੋਣੀ ਚਾਹੀਦੀ। ਉਹ ਤਾਂ ਹੈ ਹੀ ਹੈ ਟਾਣਾ ਸਾਹਿਬ, ਸਿੱਖੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸ਼ੁਰੂਆਤ ਤੋਂ ਹੀ ਸਾਨੂੰ ਅੰਧ ਵਿਸ਼ਵਾਸ ਤੋਂ ਦੂਰ ਰਹਿਣ ਦੇ ਲਈ ਕਿਹਾ, ਤਰਕ ਨਾਲ ਜ਼ਿੰਦਗੀ ਜਿਉਣ ਦੇ ਲਈ ਕਿਹਾ। ਬਾਕੀ ਇਹ ਦੇਖਣਾ ਹੋਏਗਾ ਕਿ ਇਹ ਜਿਹੜਾ ਐਸਜੀਪੀਸੀ ਦਾ ਫੈਸਲਾ ਲੋਕ ਵਾਕਈ ਇਹਨੂੰ ਮੰਨਦੇ ਨਹੀਂ ਜਾਂ ਫਿਰ ਨਹੀਂ, ਇਹ ਸਮਾਂ ਦੱਸੋ। ਨਹੀਂ ਤੱਲਣ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ, ਉਹ ਕਹਿੰਦੇ ਵੀ ਗੁਰੂ ਘਰ ਦੇ ਵਿੱਚ ਇੱਥੇ ਬਿਲਕੁਲ ਜਹਾਜ਼ ਨਹੀਂ ਹੁਣ ਚੜਾਏ ਜਾਣਗੇ। ਬਿਲਕੁਲ ਮੈਂ ਲੋਕਾਂ ਦੀ ਗੱਲ ਕਰ ਰਹੀ ਹਾਂ ਟਾਣਾ ਸਾਹਿਬ, ਕਿਉਂਕਿ ਬਹੁਤੀ ਵਾਰ ਆਪਾਂ ਇਹ ਵੇਖਦੇ ਹਾਂ ਕਿ ਪ੍ਰਬੰਧਕਾਂ ਦੇ ਵੱਲੋਂ ਬਹੁਤ ਕੁਝ ਨੋਟਿਸ ਬੋਰਡ ਦੇ ਉੱਪਰ ਲਿਖ ਕੇ ਲਗਾਇਆ ਜਾਂਦਾ ਹੈ, ਪਰ ਕਈ ਵਾਰ ਲੋਕ ਫਿਰ ਵੀ ਮਾਨਾਈਆਂ ਕਰ ਜਾਂਦੇ ਨੇ। ਸੋ ਇਹ ਸਮਾਂ ਦੱਸੂਗਾ ਕਿ ਲੋਕ ਇਸ ਫੈਸਲੇ ਦੇ ਉੱਪਰ ਅਮਲ ਕਿੰਨਾ ਕੁ ਕਰਦੇ ਨੇ, ਆਪਣੇ ਮਨ ਦੀ ਸੰਤੁਸ਼ਟੀ ਲਈ ਨਹੀਂ ਵੀ ਮੈਨੂੰ ਆਹ ਠੀਕ ਲੱਗਦਾ ਤੇ ਮੈਂ ਤ੍ਰਿਪਤ ਇਦਾਂ ਹੁੰਨਾ, ਮੈਂ ਤਾਂ ਇਵੇਂ ਕਰੂੰਗਾ। ਆਪਾਂ ਕੱਲੇ ਸੰਸਾਰ ਨਹੀਂ, ਸਹੀ, ਤੇ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਕੱਲੇ ਬੰਦੇ ਦਾ ਬੜਾ ਯੋਗਦਾਨ ਹੈ। ਬਿਲਕੁਲ ਸਹੀ। ਤੇ ਧਰਮ ਇੱਕ ਐਸਾ ਵਿਸ਼ਾ ਜਿੱਥੇ ਇੱਕ ਬੰਦੇ ਦੇ ਵੱਲੋਂ ਕੀਤੀ ਗਈ ਕਿਰਿਆ ਬਾਕੀ ਲੋਕਾਂ ਨੂੰ ਵੀ ਪ੍ਰੇਰਦੀ ਹੈ ਵੀ ਯਾਰ ਉਹਨੇ ਵੀ ਐ ਕੀਤਾ ਚਲੋ ਮੈਂ ਵੀ ਉੱਥੇ ਮੱਥਾ ਟੇਕਦਾ, ਉਹਨੇ ਵੀ ਟੇਕਿਆ ਚਲੋ ਮੈਂ ਵੀ ਟੇਕਦਾ, ਉਹਨੇ ਐ ਕੀਤਾ ਚਲੋ ਮੈਂ ਵੀ ਐ ਕਰਦਾ, ਕਿਉਂਕਿ ਉਹਦੇ ਪਿੱਛੇ ਤਰਕ ਨਹੀਂ ਸੀ ਕਦੇ ਲੱਭਿਆ, ਪਰ ਅਸੀਂ ਵੇਖਾ ਵੇਖੀ ਚ ਕਰਦੇ ਹਾਂ। ਸੋ ਭਾਈ ਅਸੀਂ ਕਿਸੇ ਨੂੰ ਕੀ ਸਮਝਾਉਣਾ ਵੀ ਭਾਈ ਤੂੰ ਵੀ ਨਾ ਕਰਿਆ ਕਰ, ਤੂੰ ਡੇਰੇ ਚ ਨਾ ਜਾਇਆ ਕਰ, ਤੂੰ ਐ ਨਾ, ਪਰ ਕਦੇ ਇਕੱਲੇ ਬੈਠ ਕੇ ਖੁਦ ਨਾਲ ਗੱਲ ਜ਼ਰੂਰ ਕਰਿਓ, ਸਵੈ ਚਿੰਤਨ ਕਰਿਓ ਵੀ ਭਾਈ ਜੋ ਅਸੀਂ ਕਰਦੇ ਹਾਂ ਠੀਕ ਹੈ, ਜੋ ਸਿੱਖੀ ਦੇ ਵਿੱਚ ਹੈ ਕਿ ਅਸੀਂ ਉਵੇਂ ਹੀ ਹਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਕਿ ਅਸੀਂ ਜ਼ਿੰਦਗੀ ਨੂੰ ਉਵੇਂ ਬਸਰ ਕਰਦੇ ਹਾਂ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਪੜ੍ਹਿਆ, ਜੇ ਪੜ੍ਹਿਆ ਤਾਂ ਉਹਦੇ ਉੱਤੇ ਅਮਲ ਕਿੰਨੇ ਸ਼ਲੋਕਾਂ ਦੇ ਉੱਤੇ ਕੀਤਾ, ਮਾੜਾ ਜਿਹਾ ਇਹਦੇ ਬਾਰੇ ਚਿੰਤਨ ਜ਼ਰੂਰ ਕਰਿਓ। ਸਹੀ। ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਕੁਝ ਹੋਰ ਖਬਰਾਂ ਨੇ ਜਿਨ੍ਹਾਂ ਦੇ ਟਿੱਪਣੀਆਂ ਕਰਾਂਗੇ, ਤੇ ਹਰਮਨ ਜੀ ਹੋਰ ਸੁਣਾਓ। ਠੀਕ ਹੈ ਜੀ, ਚੜ੍ਹਦੀ ਕਲਾ ਚੋਂ। ਬਿਲਕੁਲ ਬੱਲੇ ਬੱਲੇ। ਹਾਂਜੀ, ਕਦੇ ਮੇਰਾ ਚਿੱਤ ਕਰਦਾ ਵੀ ਆਪਾਂ ਵੀ ਨਾ ਪ੍ਰੋਗਰਾਮ ਜਿਹੜੀ ਸ਼ੁਰੂਆਤ ਆ ਹਾਂਜੀ ਉਹ ਪੂਰੇ ਦੇਸੀ ਅੰਦਾਜ਼ ਦੇ ਵਿੱਚ ਕਰਿਆ ਕਰਕੇ ਵੀ ਅੱਜ ਇੰਨਾ ਅੱਸੂ, ਹਾਂ ਇੰਨਾ ਕੱਤਾ ਜੀ, ਪੋ ਜੀ, ਜੇ ਸਾਰੀ ਗੱਲ ਨਾ ਦੇਸੀ ਰੂਪ ਦੇ ਵਿੱਚ ਕਰਨੀ ਚਾਹੀਦੀ ਆ, ਕਿਉਂਕਿ ਅੱਜ ਕੱਲ ਤਾਂ ਦੇਸੀ ਮਹੀਨੇ ਗਾਇਬ ਹੀ ਹੋ ਗਏ ਆ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਨਵੇਂ ਪੂਰ ਦੇ ਵਿੱਚੋਂ 80% ਨੂੰ ਇਸ ਗੱਲ ਦਾ ਨਹੀਂ ਪਤਾ, ਉਹ ਕਹਿੰਦੇ ਨਵੰਬਰ, ਸਹੀ, ਦਸੰਬਰ, ਮਈ, ਅਸੀਂ ਤਾਂ ਮਈ ਕਹਿੰਦੇ ਆ, ਜੂਨ, ਮਈ, ਜੂਨ, ਜਨਵਰੀ, ਹਾਂ ਐ ਜੇ ਕਰਨਗੇ। ਉਹ ਮੈਂ ਵੇਖਦਾ ਰਹਿਣਾ ਵੀ ਇਹ ਸਟਾਈਲ ਮਾਰਦਾ ਇਹ, ਸਹੀ ਕਿਹਾ। ਪਰ ਪੋ, ਮਾਘ, ਅੱਸੂ, ਕੱਤਾ ਇਹ ਸਾਰੀਆਂ ਗੱਲਾਂ ਭੁੱਲ ਗਈਆਂ। ਬਿਲਕੁਲ ਸਹੀ ਹੈ। ਅੱਸੂ, ਕੱਤਾ, ਮੱਘਰ, ਪੋ, ਮਾਘ, ਫੱਗਣ, ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋਂ, ਆ ਬਿਲਕੁਲ ਸਹੀ ਹੈ। ਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ, ਅੱਜ ਸੰਗਰਾਂਦ ਦਾ ਦਿਹਾੜਾ ਜੀ, ਮੁਬਾਰਕਾਂ। ਗੁਰੂ ਘਰ ਦੇ ਵਿੱਚ ਜਾਓ, ਮੈਂ ਵੀ ਜਾਊਂਗਾ, ਸਵੇਰੇ ਨਹੀਂ ਗਿਆ ਆਥਣੇ ਜਾਊਂ ਜੀ, ਮੈਂ ਵੀ ਜਾਊਂਗੀ। ਹਾਂ ਸੋ ਸਾਰਿਆਂ ਨੂੰ ਇਸ ਸੰਗਰਾਂਦ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਆਪਾਂ ਬਾਕੀ ਅਗਲੀਆਂ ਖਬਰਾਂ ਵੱਲ ਨੂੰ ਵਧੀਆ ਹੁਣ ਟਾਣਾ ਸਾਹਿਬ। ਅਗਲੀ ਖਬਰ ਜਿਹੜੀ ਥੋੜੀ ਜਿਹੀ ਚਿੰਤਾ ਦੇ ਨਾਲ ਜੁੜੀ ਹੋਈ ਹੈ, ਆਪਾਂ ਹਰ ਰੋਜ਼ ਪ੍ਰੋਗਰਾਮ ਦੇ ਵਿੱਚ ਨਸ਼ੇ ਦੇ ਬਾਬਤ ਜ਼ਰੂਰ ਕੋਈ ਨਾ ਕੋਈ ਗੱਲ ਕਰਦੇ ਹਾਂ, ਕਿਉਂਕਿ ਹਰ ਰੋਜ਼ ਖਬਰਾਂ ਹੀ ਇੰਨੀਆਂ ਸਾਰੀਆਂ ਆ ਰਹੀਆਂ ਨੇ ਇਹਨਾਂ ਨਸ਼ਿਆਂ ਦੇ ਨਾਲ ਜੁੜੀਆਂ ਹੋਈਆਂ ਕਿ ਆਪਣੇ ਆਪ ਦਿਲ ਕਰਦਾ ਕਿ ਇਸ ਮੁੱਦੇ ਦੇ ਉੱਪਰ ਗੱਲ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਗੱਲ ਸਾਡੇ ਘਰ ਦੀ ਹੈ, ਸਾਡੇ ਪੰਜਾਬ ਦੀ ਹੈ। ਬਿਲਕੁਲ ਜੀ। ਤੇ ਮੋਗਾ ਦੇ ਵਿੱਚ ਇੱਕ 20 ਸਾਲ ਦੀ ਕੁੜੀ ਹੈ, ਲਗਭਗ 20 ਸਾਲ ਦੀ ਜੀ, ਉਹਨੇ ਮੀਡੀਆ ਦੇ ਮੂਹਰੇ ਵੀ ਕਹਾਣੀ ਬਿਆਨ ਕੀਤੀ ਆ, ਪੁਲਿਸ ਦੇ ਮੂਹਰੇ ਵੀ ਕੀਤੀ ਆ। ਉਹ ਕਹਿੰਦੀ ਜੀ ਕੁਝ ਕੁ ਸਮਾਂ ਪਹਿਲਾਂ ਮੈਂ ਫਲਾਣੇ ਪਰਿਵਾਰ ਦੇ ਘਰ ਦੇ ਵਿੱਚ ਕੰਮ ਕਰਨ ਲੱਗੀ ਜੀ, ਉੱਥੇ ਮੀਆਂ ਬੀਬੀ ਆ, ਉਹ ਕਹਿੰਦੇ ਵੀ ਇੱਕ ਸਾਡਾ ਬਜ਼ੁਰਗ ਆ, ਉਹਦੀ ਦੇਖਭਾਲ ਕਰਨੀ, ਇੱਕ ਤੋਂ ਸਫਾਈ ਕਰਨੀ ਆ, ਮੈਨੂੰ 5000 ਰੁਪਏ ਤੇ ਰੱਖ ਲਿਆ। ਕੁੜੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਕੁਝ ਕੁ ਸਮੇਂ ਬਾਅਦ ਜਿਹੜਾ ਘਰ ਦਾ ਮਾਲਕ ਆ ਉਹਨੇ ਮੈਨੂੰ ਨਸ਼ੇ ਤੇ ਲਾਤਾ, ਤੇ ਨਸ਼ੇ ਤੇ ਲਾ ਕੇ ਤੇ ਉਹਨੇ ਮੈਨੂੰ ਹੋਟਲਾਂ 'ਚ ਭੇਜਣਾ ਸ਼ੁਰੂ ਕਰਤਾ, ਮੇਰੇ ਕੋਲੋਂ ਜਿਸਮ ਫਰੋਸ਼ੀ ਕਰਵਾਉਣੀ ਸ਼ੁਰੂ ਕਰਤੀ, ਕਦੇ ਕਿੱਥੇ ਜਾ ਰਹੀਆਂ ਮੈਂ, ਕਦੇ ਕਿੱਥੇ ਜਾ ਰਹੀ ਹਾਂ। ਤੇ ਪੁਲਿਸ ਦੇ ਵੱਲੋਂ ਹੁਣ ਘਰ ਦੇ ਮਾਲਕ ਦੇ ਉੱਤੇ, ਮਾਲਕਣ ਦੇ ਉੱਤੇ, ਕਈ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ, ਜਿਵੇਂ ਕਿ ਕੁੜੀ ਨੇ ਦੋਸ਼ ਲਾਏ ਆ। ਜੇ ਹਰਮਨ ਜੀ ਇਹ ਗੱਲ ਇਵੇਂ ਹੀ ਹੈ ਤਾਂ ਲੱਖ ਦੀ ਲਾਹਨਤ ਇਹਨਾਂ ਲੋਕਾਂ ਨੂੰ। ਸਹੀ ਕਿਹਾ। ਜਿਵੇਂ ਕਿ ਕੁੜੀ ਨੇ ਦੋਸ਼ ਲਾਏ ਆ, ਜੇ ਇਵੇਂ ਹੀ ਹੈ ਤਾਂ ਡੁੱਬ ਕੇ ਮਰ ਜਾਓ ਤੁਸੀਂ। ਪਰ ਜੇਕਰ ਕੁੜੀ ਦੇ ਵੱਲੋਂ ਲਾਏ ਗਏ ਦੋਸ਼ ਵੱਧ ਘੱਟ ਆ ਤੇ ਫਿਰ ਭਾਈ ਕੁੜੀ ਨੂੰ ਵੀ ਸਮਝਣਾ ਚਾਹੀਦਾ ਵੀ ਭਾਈ ਜਿਹੜੀ ਜਿੰਨੀ ਗੱਲ ਆ ਉਨੀ ਕਰਨੀ ਚਾਹੀਦੀ ਆ। ਇਸ ਮਾਮਲੇ ਦੀ ਪੁਲਿਸ ਕਿੰਨੀ ਕੁ ਪੜਤਾਲ ਕਰਦੀ ਆ, ਪੜਤਾਲ ਦੇ ਵਿੱਚੋਂ ਸੱਚਾਈ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਵਕਤ ਦੱਸੂਗਾ। ਪਰ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਆ, ਸਰਕਾਰ ਕਹਿੰਦੀ ਚਿੱਟਾ ਮੁਕਾ ਦੇਣਾ, ਤੇ ਮੈਂ ਇਹ ਗੱਲ ਕਹਿਣਾ ਵੀ ਭਾਈ ਚਿੱਟਾ ਤੁਸੀਂ ਕਿਵੇਂ ਮੁਕਾਓਗੇ, ਤੁਹਾਡੇ ਕੋਲੋਂ ਤਾਂ ਹਾਲੇ ਤੱਕ ਪਲਾਸਟਿਕ ਵਾਲੀ ਡੋਰ ਨਹੀਂ ਮੁੱਕੀ। ਸਹੀ। ਸਰਕਾਰ ਕਹਿੰਦੀ ਤਸਕਰ ਟੰਗ ਦੇਣੇ ਆ, ਮੈਂ ਕਹਿੰਦਾ ਡੋਰ ਵੇਚਣ ਵਾਲੇ ਨਹੀਂ ਟੰਗੇ ਗਏ। ਸਰਕਾਰ ਕਹਿੰਦੀ ਵੀ ਬਸ ਚਿੱਟੇ ਵਾਲੇ, ਨਸ਼ੇ ਵਾਲੇ ਖਤਮ, ਮੈਂ ਕਹਿੰਦਾ ਵੀ ਤੁਹਾਡੇ ਕੋਲ ਤਾਂ ਕੁੱਤੇ ਨਹੀਂ ਖਤਮ ਹੋਏ, ਤੇ ਤੁਸੀਂ ਅਗਲੀ ਗੱਲ ਕਿਹੜੀ ਕਰਦੇ ਹੋ। ਸੋ ਗੱਲ ਇਹ ਆ ਵੀ ਇਸ ਵੇਲੇ ਸੱਚੀ ਮੁੱਚੀ ਪੰਜਾਬ ਦੇ ਵਿੱਚ ਨਸ਼ੇ ਦੇ ਕਰਕੇ ਜਵਾਨੀ ਦੇ ਇੱਕ ਹਿੱਸੇ ਦੀ ਹਾਲਤ ਮਾੜੀ ਹੈ, ਅਲੜਾਂ ਦੇ ਇੱਕ ਹਿੱਸੇ ਦੀ ਹਾਲਤ ਮਾੜੀ ਹੈ। ਉਹਨਾਂ ਨੂੰ ਵੀ ਸੋਚਣਾ ਚਾਹੀਦਾ
ਸਾਨੂੰ ਵੀ ਸੋਚਣਾ ਚਾਹੀਦਾ, ਸਰਕਾਰ ਨੂੰ ਵੀ ਸੋਚਣਾ ਚਾਹੀਦਾ ਤੇ ਪੁਲਿਸ ਨੂੰ ਵੀ ਸੋਚਣਾ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ ਕਿ ਹਾਲੇ ਤਾਂ ਮੈਨੂੰ ਇਹ ਲੱਗਦਾ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਨੇ ਜਿਹੜੀਆਂ ਸਾਹਮਣੇ ਹੀ ਨਹੀਂ ਆਈਆਂ, ਝਿਜਕ ਦੇ ਮਾਰੇ ਕਹਿ ਲਓ ਜਾਂ ਵੈਸੇ ਕਹਿ ਲਓ ਵੀ ਜਿਹੜੀਆਂ ਹਾਲੇ ਲੋਕਾਂ ਦੇ ਅੱਗੇ ਆਈਆਂ ਹੀ ਨਹੀਂ, ਪਰ ਜਿੰਨੀਆਂ ਵੀ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਉਹ ਤੁਹਾਨੂੰ ਇੱਕ ਵਾਰ ਸੋਚਣ ਦੇ ਲਈ ਮਜਬੂਰ ਜ਼ਰੂਰ ਕਰਦੀਆਂ ਨੇ ਵੀ ਆ ਕੀ ਹਾਲਾਤ ਬਣੇ ਹੋਏ ਨੇ, ਹਨਾ। ਬੰਦਾ ਹੈਰਾਨ ਹੁੰਦਾ ਵੀ ਅੱਛਾ ਇਦਾਂ ਵੀ ਆ। ਸਿਵਲ ਹਸਪਤਾਲ ਤੋਂ ਇੱਕ ਕਹਿੰਦੇ ਖੰਨੇ ਦਾ ਜਿਹੜਾ ਸਿਵਲ ਹਸਪਤਾਲ ਹੈ ਉੱਥੋਂ ਤਸਵੀਰਾਂ ਬੜੀਆਂ ਵਾਇਰਲ ਹੋ ਰਹੀਆਂ ਨੇ। ਬਿਲਕੁਲ ਜੀ, ਵੀਡੀਓ ਵੀ ਵਾਇਰਲ ਹੋ ਗਈ ਤੇ ਬੜੇ ਵੱਡੇ ਪੱਧਰ ਤੇ ਵਾਇਰਲ ਹੋਈ ਹੈ। 2 ਨੌਜਵਾਨ, 2 ਮੁੰਡੇ ਆ, ਅੱਲੜ ਜੇ ਆ ਜੀ, ਉਹ ਇੱਥੇ ਦਵਾਈ ਲੈਣ ਆਏ ਆ ਜਿਹੜੀ ਕਿ ਨਸ਼ਾ ਛਡਾਉਣ ਵਾਲੀ ਗੋਲੀ ਹੁੰਦੀ ਆ, ਉਹ ਲੈਣ ਆਏ ਤੇ ਸ਼ਾਇਦ ਇਹਨਾਂ ਨੂੰ ਵਕਤ ਲੱਗ ਗਿਆ। ਮੈਨੂੰ ਨਹੀਂ ਪਤਾ ਵੀ ਅੱਧਾ ਘੰਟਾ ਲੱਗ ਗਿਆ ਹੋਊਗਾ, ਪਤਾ ਨਹੀਂ 2 ਘੰਟੇ ਲੱਗ ਗਏ ਜਾਂ 15 ਮਿੰਟ ਲੱਗ ਗਏ, ਪਰ ਇਹਨਾਂ ਨੂੰ ਤਲਬ ਐਸੀ ਲੱਗੀ ਵੀ ਇਹ ਇੱਕ ਪਾਸੇ ਜਾ ਕੇ ਸਿਵਲ ਹਸਪਤਾਲ ਦੇ ਵਿੱਚ ਪਾਣੀ ਵਾਲੀ ਟੈਂਕੀ ਹੈ ਜਿਹੜੀ ਉਧਰਲੇ ਪਾਸੇ ਜਾ ਕੇ ਤੇ ਇੱਕ ਦੂਜੇ ਦੀ ਖੁੱਚ ਦੇ ਵਿੱਚ ਟੀਕੇ ਲਾਉਣ ਲੱਗ ਪਏ ਇਸ ਥਾਂ ਤੇ। ਮਤਲਬ ਇਹ ਆ ਵੀ ਉਹਨਾਂ ਤੋਂ ਇਹ ਤਲਬ ਝੱਲੀ ਨਹੀਂ ਗਈ। ਤਲਬ ਕਿੰਨੀ ਖਤਰਨਾਕ, ਕਿੰਨੀ ਭਿਆਨਕ ਹੋਊਗੀ। ਗਏ ਆ ਗੋਲੀ ਲੈਣ, ਗੋਲੀ ਵੇਲੇ ਸਿਰ ਮਿਲੀ ਨਹੀਂ ਕਿਸੇ ਵੀ ਕਾਰਨ ਕਰਕੇ, ਜਾਂ ਗੋਲੀ ਦੇਣ ਵਾਲਾ ਨਹੀਂ ਆਇਆ, ਜਾਂ ਗੋਲੀਆਂ ਮੁੱਕ ਗਈਆਂ, ਜਾਂ ਉੱਥੇ ਭੀੜ ਸੀ, ਜਾਂ ਕੁਝ ਵੀ ਸੀ ਪਤਾ ਨਹੀਂ, ਪਰ ਇਹਨਾਂ ਦੇ ਕੋਲੋਂ 1 2 3 ਘੰਟੇ ਨਹੀਂ ਕੱਟੇ ਗਏ। ਇਹ ਸਾਈਡ ਤੇ ਹੋ ਕੇ ਉਦੋਂ ਟੀਕੇ ਲਾਉਣ ਲੱਗ ਪਏ ਆ। ਇੱਕ ਹਿੱਸਾ ਪੰਜਾਬ ਦੇ ਵਿੱਚ ਆ ਕੁਝ ਵੀ ਕਰਦਾ ਜੀ, ਬਿਲਕੁਲ ਇਹ ਸਥਿਤੀ ਵੀ ਬਣੀ ਪਈ ਆ ਜੀ। ਸੋ ਇਸ ਲਈ ਆਪੋ ਆਪਣੀ ਜ਼ਿੰਮੇਵਾਰੀ ਚੁੱਕਣੀ ਪਊਗੀ, ਆਪੋ ਆਪਣੇ ਘਰਾਂ ਨੂੰ ਆਪ ਬਚਾਉਣਾ ਪਊਗਾ। ਅਸੀਂ ਠੀਕ ਆ, ਅਸੀਂ ਕਹਿੰਦੇ ਆ ਵੀ ਸਰਕਾਰਾਂ ਨੇ ਆ ਕਰਤਾ, ਪਤਾ ਨਹੀਂ ਕਿਹਨੇ ਨਸ਼ਾ ਫੈਲਾਇਆ ਕਿਹਨੇ ਨਹੀਂ ਫੈਲਾਇਆ, ਸੀ ਉਸ ਸੰਦਰਭ ਦੇ ਵਿੱਚ ਨਹੀਂ ਜਾਂਦੇ, ਪਰ ਆਪੋ ਆਪਣੀ ਜ਼ਿੰਮੇਵਾਰੀ ਆਪ ਚੁੱਕਣੀ ਪਊਗੀ। ਅਸੀਂ ਬਚੀਏ ਇਸ ਨਸ਼ੇ ਤੋਂ, ਇਹਦਾ ਅੰਤ ਬਹੁਤ ਮਾੜਾ ਹੈ, ਬਹੁਤ ਮਾੜਾ। ਅਸੀਂ ਬੰਦਿਆਂ ਨੂੰ ਵੀ ਇਹ ਗੱਲ ਕਹਿੰਦੇ ਵੀ ਭਾਈ ਨਸ਼ੇ ਨਾ ਕਰਿਆ ਕਰੋ ਜੀ, ਪਰ ਕੁੜੀਆਂ ਨੂੰ ਵੱਧ ਇਸ ਕਰਕੇ ਕਹਿੰਦੇ ਕਿਉਂਕਿ ਕੁੜੀਆਂ ਔਰਤਾਂ ਅੱਗੇ ਬੰਦਿਆਂ ਨੂੰ ਨਸ਼ੇ ਨਾ ਕਰੋ ਇਹਦੇ ਲਈ ਝਿੜਕਦੀਆਂ ਸੀ, ਰੋਕਦੀਆਂ ਸੀ। ਤੇ ਹੁਣ ਆਪਾਂ ਸਮਾਜਿਕ ਬਰਾਬਰੀ ਦੀ ਤੇ ਚਲੋ ਗੱਲ ਕਰਦੇ ਆ ਤੇ ਆਪਾਂ ਕਹਿੰਦੇ ਬਰਾਬਰ ਮੈਂ ਵੀ ਨਸ਼ੇ ਕਰੂੰ। ਹੁਣ ਕਿਹਨੂੰ ਮਾੜਾ ਕਹੀਏ ਤੇ ਕਿਹਨੂੰ ਚੰਗਾ ਕਹੀਏ, ਗਲਤ ਗੱਲ ਹੈ। ਹੁਣ ਖਬਰਾਂ ਦੋਵਾਂ ਦੀਆਂ ਕੁਝ ਨਹੀਂ ਆਉਂਦੀਆਂ। ਬਿਲਕੁਲ, ਆਪਣੇ ਆਪ ਨੂੰ ਰੋਕੋ ਤੁਸੀਂ, ਬਾਕੀਆਂ ਨੂੰ ਤਾਂ ਬਾਅਦ ਚ ਰੋਕ ਲਵਾਂਗੇ। ਆਪਣੇ ਆਪ ਦੀ ਜ਼ਿੰਮੇਵਾਰੀ ਲੈਣੀ ਪਊਗੀ ਕਿ ਮੈਂ ਇਸ ਦਲਦਲ ਚ ਨਹੀਂ ਫਸਣਾ, ਤਾਂ ਹੀ ਅਸੀਂ ਸਮਾਜ ਨੂੰ ਸੁਧਾਰ ਸਕਦੇ। ਬਿਲਕੁਲ ਸਹੀ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਤੁਸੀਂ ਆਪਣਾ ਫੋਨ ਘਰੋਂ ਚਾਰਜ ਕਰਕੇ ਆਉਨੇ ਹੋ? ਬਿਲਕੁਲ, ਮੈਂ ਨਾਲ ਪਾਵਰ ਬੈਂਕ ਵੀ ਲੈ ਕੇ ਆਉਣਾ। ਕਦੇ ਮੇਰਾ ਫੋਨ ਜਿਹੜਾ 2 ਘੰਟਿਆਂ ਬਾਅਦ ਅੱਧਾ ਰਹਿ ਜਾਂਦਾ, ਉਹਦੀ ਬੈਟਰੀ ਕਮਜ਼ੋਰ ਆ। ਅੱਛਾ ਜੀ। ਮੈਂ ਨਾਲ ਦੀ ਨਾਲ ਪਾਵਰ ਬੈਂਕ ਲਾ ਲੈਣਾ ਤੇ ਉਹ ਬਚ ਜਾਂਦਾ। ਕਦੇ ਦਫ਼ਤਰ 'ਚ ਤਾਂ ਨਹੀਂ ਚਾਰਜ ਕੀਤਾ? ਦਫ਼ਤਰ 'ਚ ਮੈਂ ਕੀਤਾ। ਕਿਉਂ ਕੀਤਾ? ਤੁਸੀਂ ਦਫ਼ਤਰ ਦੀ ਬਿਜਲੀ ਚੋਰੀ ਕਰਦੇ ਹੋ। ਹੱਦ ਹੋ ਗਈ, ਮੈਂ ਕੁੰਡੀਆਂ ਲਾ ਕੇ ਏਸੀ ਲਾਉਣਾ। ਨਹੀਂ, ਤੁਸੀਂ ਆਪਣੇ ਫੋਨ 'ਚ ਨਹੀਂ ਬਿਜਲੀ ਭਰੀ ਜਾਂਦੇ। ਅੱਛਾ, ਇਹ ਵੀ ਤਾਂ ਬਿਜਲੀ ਚੋਰੀ ਹੈ। ਤੇ ਜਦੋਂ ਦਫ਼ਤਰ ਵਾਲੇ ਪੱਖਾ ਚਲਾ ਕੇ ਭੁੱਲ ਜਾਂਦੇ ਉਦੋਂ? ਉਹ ਦਫ਼ਤਰ ਵਾਲੇ ਜਾਣਨ। ਅੱਛਾ, ਪੱਖਾ ਤੁਸੀਂ ਘਰੇ ਤਾਂ ਲੈ ਕੇ ਜਾਂਦੇ ਨਾ। ਮੈਂ ਦਫ਼ਤਰ ਦਾ ਨਹੀਂਗਾ, ਮੈਨੂੰ ਹਾਲੇ ਤੱਕ ਬੇਗਾਨਗੀ ਦਾ ਅਹਿਸਾਸ ਕਰਾਉਂਦੇ ਆ। ਨਹੀਂ ਨਾ ਮੈਂ ਦਫ਼ਤਰੋਂ ਕੱਢਿਆ। ਉਹ ਤੁਸੀਂ ਤਾਂ ਦਫ਼ਤਰ ਦੇ ਆਪਣੇ ਹੋ। ਮੈਂ ਕਿਸੇ ਦਾ ਧੀ ਪੁੱਤ ਨਹੀਂਗਾ। ਤੁਸੀਂ ਹੈਗੇ ਹੋ, ਤੁਸੀਂ ਤਾਂ ਦਫ਼ਤਰ ਦੇ ਆਪਣੇ ਹੋ। ਪਰ ਗੱਲ ਇਹ ਹੈ ਕਿ ਮੈਂ ਤਾਂ ਇਹ ਡਰਦੀ ਆ ਵੀ ਕਿਤੇ ਤੁਹਾਡੇ ਤੇ ਵੀ ਇਹ ਦੋਸ਼ ਨਾ ਲੱਗ ਜਾਵੇ ਤੁਸੀਂ ਦਫ਼ਤਰ ਲਾ ਲੈਣ। ਅੱਗੇ ਮੇਰੇ ਤਾਂ ਥੋੜੇ ਲਾਏ ਆ। ਇਹ ਵੀ ਠੀਕ ਹੈ, ਇਹ ਵੀ ਲਾ ਲੈਣ। ਨਹੀਂ ਨਹੀਂ, ਅਸਲ ਦੇ ਵਿੱਚ ਇੱਕ ਨਾ ਪੋਸਟ ਬੜੀ ਵਾਇਰਲ ਹੋ ਰਹੀ ਹੈ। ਹਾਂ, ਕਿਸੇ ਸ਼ਖਸ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਸਾਂਝੀ ਕੀਤੀ, ਕਹਿੰਦਾ ਮੈਂ ਬੜਾ ਦੁਖੀ ਹਾਂ। ਮੈਂ ਕਹਿੰਦਾ ਆਪਣੇ ਦਫ਼ਤਰ ਦੇ ਵਿੱਚ ਤਨਦੇਹੀ ਨਾਲ ਕੰਮ ਕਰਦਾ, ਮਿਹਨਤ ਕਰਦਾ, ਜਿੰਨੇ ਘੰਟੇ ਦੀ ਮੇਰੀ ਡਿਊਟੀ ਆ ਉਸ ਤੋਂ ਵੀ ਵੱਧ ਸਮਾਂ ਕਈ ਵਾਰ ਲਾ ਕੇ ਆਉਣਾ ਉੱਥੇ, ਹਨਾ। ਤੇ ਮੈਂ ਆਪਣਾ ਫੋਨ ਘਰੋਂ ਚਾਰਜ ਕਰਕੇ ਲੈ ਕੇ ਜਾਣਾ, ਪਰ ਕਈ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਉਹਨੂੰ ਚਾਰਜ ਕਰਨਾ ਭੁੱਲ ਜਾਣਾ। ਤੇ ਇਸ ਲਈ ਇੱਕ ਦਿਨ ਕਹਿੰਦਾ ਮੈਂ ਆਪਣੇ ਦਫ਼ਤਰ ਦੇ ਵਿੱਚ ਆਪਣੇ ਡੈਸਕ ਦੇ ਉੱਪਰ ਆਪਣਾ ਫੋਨ ਜਿਹੜਾ ਉਹ ਚਾਰਜਿੰਗ ਤੇ ਲਾਇਆ ਹੋਇਆ ਸੀ, ਜਿਹਨੂੰ ਵੇਖ ਕੇ ਮੇਰਾ ਬੌਸ, ਮੇਰਾ ਮਾਲਕ ਭੜਕ ਗਿਆ ਤੇ ਮੈਨੂੰ ਕਹਿੰਦਾ ਤੂੰ ਦਫ਼ਤਰ ਦੀ ਬਿਜਲੀ ਚੋਰੀ ਕਰੀ ਜਾਂਦਾ। ਮੈਂ ਵਿਚਲੀ ਗੱਲ ਲੱਭ ਲਈ। ਮਾਲਕ ਇਹਨੂੰ ਕੱਢਣਾ ਚਾਹੁੰਦਾ ਆਨੀ ਬਾਨੀ। ਨਹੀਂ, ਇਹ ਤਾਂ ਸਾਰਿਆਂ ਨੂੰ ਪਤਾ ਹੋਏਗਾ। ਨਹੀਂ, ਗੱਲ ਵਿਚਲੀ ਹੋਰ ਆ। ਨਹੀਂ ਤਾਂ ਇੰਨੀ ਕੁ ਗੱਲ ਦੇ ਉੱਤੇ ਕੋਈ ਮਾਲਕ ਐ ਨਹੀਂ ਕਰਦਾ। ਇਹਨੂੰ ਉਹ ਤੋਰਨਾ ਚਾਹੁੰਦਾ ਘਰੇ। ਅੱਛਾ ਜੀ। ਬਹਾਨਾ ਕੋਈ ਲੱਭਦਾ ਨਹੀਂ, ਉਹਨੇ ਆਹ ਗੱਲ ਫੜ ਲਈ। ਪਰ ਹੋਰ ਵੀ ਗੱਲ ਹੋ ਸਕਦੀ ਹੈ, ਮਾਲਕ ਨੂੰ ਗੁੱਸਾ ਕਿਸੇ ਹੋਰ ਤੇ ਆਇਆ ਹੋਣਾ ਤੇ ਐਵੇਂ ਉਹਨੇ ਬਹਾਨੇ ਜੇ ਨਾਲ ਗੁੱਸਾ ਇੱਥੇ ਕੱਢਤਾ। ਕਹਿੰਦਾ ਹੁਣ ਮੇਰੀ ਤਨਖਾਹ ਵਧਾਓ। ਇਹ ਵੀ ਹੋ ਸਕਦਾ। ਉਹਨੇ ਕਿਹਾ ਬਲੇ ਤੂੰ ਤਾਂ ਫੋਨ ਇੱਥੇ ਚਾਰਜ ਕਰਦਾ। ਹਾਂ, ਇਹ ਬਹਾਨਾ ਤਕੜਾ ਉਹਦਾ। ਹਾਂ, ਇਹਨੇ ਪੋਸਟ ਪਾਈ ਬੰਦੇ ਨੇ ਥੱਲੇ। ਮੈਂ ਦਾਅਵੇ ਨਾਲ ਕਹਿਣਾ, ਜਿਹਨੂੰ ਇਹ ਵੀ ਨਹੀਂ ਪਤਾ ਵੀ ਇਹਦਾ ਨਾਂ ਕੀ ਆ, ਉਹਨੇ ਲਿਖਿਆ ਹੁਣ ਮਾਲਕ ਆਏ ਹੁੰਦੇ ਹਨ, ਬਚਪਨ ਤੋਂ ਹੀ ਆਏ ਹੁੰਦੇ ਹਨ। ਇਹ ਮਾਲਕ ਛੱਡ ਦਿਓ। ਹਾਂ, ਵੀਰ ਜੀ ਮੋਬਾਈਲ ਬਦਲ ਲਓ। ਵੀਰ ਜੀ ਆਪਣੀਆਂ ਹਰਕਤਾਂ ਸੁਧਾਰੋ। ਵੀਰ ਜੀ ਤੇਰੇ ਕੋਲੇ 128 GB ਵਾਲਾ ਹੋਣਾ ਫੋਨ, ਤੂੰ ਘਰੇ ਕਿਉਂ ਨਹੀਂ ਚਾਰਜ ਕਰਕੇ ਆਉਂਦਾ? ਹਨਾ, ਕਈਆਂ ਨੇ ਲੋਕ ਐਵੇਂ ਕਰਤਾ ਹੋਣਾ। ਜਦੋਂ ਲੋਕਾਂ ਕੋਲੇ ਗੱਲ ਲੈ ਜਗੇ, ਲੋਕ ਤਾਂ ਪਹਿਲੀ ਗੱਲ 80% ਦੀ ਹੋਰ ਹੀ ਗੱਲ ਸੁਣਾਉਣਗੇ, ਨਵੇਂ ਠੋਕਲਾ ਛੱਡ ਮਾਰਨਗੇ। ਬਿਲਕੁਲ ਸਹੀ। ਉਹਨਾਂ ਨੇ ਇਹ ਥੋੜੀ ਸੋਚਣਾ ਹੁੰਦਾ ਵੀ ਹਰ ਸਿੱਕੇ ਦੇ 2 ਪਹਿਲੂ ਹੁੰਦੇ ਨੇ, ਹਨਾ। ਉਹਨਾਂ ਨੇ ਮਤਲਬ ਰਾਏ ਦੇਣੀ ਹੈ, ਚਾਹੇ ਜਿਵੇਂ ਦੀ ਮਰਜ਼ੀ ਹੋਵੇ। ਹਰ ਪਾਸੇ ਕੁਛ ਨਾ ਕੁਛ ਤਾਂ ਗਲਤ ਹੁੰਦਾ। ਦੇਖੋ, ਇੱਕ ਤਾਂ ਇਹ ਵੀ ਮਾਲਕ ਦੇ ਤੇ ਕਲਪਿਆ। ਦੂਜੀ ਗੱਲ ਇਹ ਵੀ ਇਹ ਆਪੇ ਹੀ ਪੋਸਟ 'ਚ ਲਿਖਦਾ ਕਿ ਮੈਂ ਰਾਤ ਨੂੰ ਚਾਰਜ ਕਰਨਾ ਭੁੱਲ ਜਾਂਦਾ ਹਾਂ, ਤੇ ਭਾਈ ਤੂੰ ਭੁੱਲ ਕਿਉਂ ਜਾਂਦਾ ਹੈ?
ਤੇ ਕਈ ਵਾਰ ਭੁੱਲ ਜਾਂਦਾ ਬੰਦਾ, ਐਡੀ ਕਿਹੜੀ ਆਫਤ ਆ ਗਈ। ਹਾਂ ਐਡੀ ਕੋਈ ਆਫਤ ਵਾਲੀ ਗੱਲ ਹੈ ਨਹੀਂ। ਰੋਟੀ ਖਾਣੀ ਤਾਂ ਭੁੱਲਦੇ ਨਹੀਂ, ਅੱਛਾ ਪਾਣੀ ਪੀਣਾ ਤਾਂ ਭੁੱਲਦੇ ਨਹੀਂ। ਤੁਸੀਂ ਮਾਸਟਰ ਜੀ ਵਾਂਗੂ ਕਿਉਂ ਬੋਲਣ ਲੱਗ ਗਏ? ਉਹ ਹਮੇਸ਼ਾ ਬੱਚਿਆਂ ਨੂੰ ਇਹੀ ਕਹਿੰਦੇ ਵੀ ਦੋਨੋਂ ਪਾਸਿਆਂ ਦੇ ਬਾਰੇ ਸੋਚ ਰਿਹਾ, ਜੋ ਉਹਨਾਂ ਨੇ ਕੀਤਾ ਉਹ ਵੀ ਨਹੀਂ ਸਹੀ ਤੇ ਜਿਹੜਾ ਇਹ ਭੁੱਲਦਾ ਗਲਤ ਇਹ ਵੀ ਆ। ਨਹੀਂ ਪਰ ਐਡੀ ਗੱਲ ਹੈ ਨਹੀਂ ਸੀ। ਤੁਸੀਂ ਹਮੇਸ਼ਾ ਵਰਕਰ ਦੀ ਗੱਲ ਕਰਦੇ, ਮੈਂ ਵੀ ਕਰਦਾ ਗੱਲ, ਪਰ ਕਦੇ ਕਦੇ ਤਾਂ ਨਿਰਪੱਖਤਾ ਦੀ ਗੱਲ ਕਰੋ। ਨਹੀਂ ਠੀਕ ਹੈ ਟਾਣਾ ਸਾਹਿਬ, ਪਰ ਬਿਜਲੀ ਚੋਰੀ ਦਾ ਮਤਲਬ ਥੋੜੀ ਹੋ ਗਿਆ ਇੱਥੇ। ਮੈਂ ਤਾਂ ਪਹਿਲਾਂ ਹੀ ਕਿਹਾ ਵੀ ਇਹਨੂੰ ਕੱਢਣਾ ਚਾਹੁੰਦਾ। ਤੁਸੀਂ ਕਿਹੜੇ ਵਾਲੇ ਪਾਸੇ ਹੋ? ਹਾਂ ਮੈਂ ਕਹਿੰਦਾ ਉਹ ਵੀ ਗਲਤ ਆ, ਪਰ ਇਹ ਵੀ ਗਲਤ ਆ। ਇਹ ਚਾਰਜ ਕਰਕੇ ਤੁਰੇ, ਪਾਵਰ ਬੈਂਕ ਲੈ ਲੇ, 1800 ਰੁਪਏ ਦਾ ਮੈਂ ਲਿਆ ਸੀਗਾ, 1.5 ਸਾਲ ਹੋ ਗਿਆ ਚੱਲਦੇ ਨੂੰ, 2 ਵਾਰੀ ਚਾਰਜ ਕਰਦਾ ਮੋਬਾਈਲ। ਹਾਏ ਤੁਸੀਂ ਕਦੇ ਨਹੀਂ ਭੁੱਲਦੇ ਪਾਵਰ ਬੈਂਕ ਚਾਰਜ ਕਰਨਾ? ਮੈਂ ਜੇ ਭੁੱਲ ਜਾ ਤਾਂ ਮੈਂ ਜਿੱਥੇ ਭੁੱਲ ਜਾਣਾ ਉਹਨਾਂ ਨੂੰ ਫੋਨ ਕਰਦਾ, ਚਾਰਜ ਤੇ ਲਾ ਦਿਓ, ਕੱਲ ਨੂੰ ਲਾਉਂਗਾ। ਇਹ ਵੀ ਠੀਕ ਹੈ, ਸਮਾਰਟ। ਗੱਲ ਇਹ ਆ ਵੀ ਭਾਈ ਨਿੱਕੀਆਂ ਨਿੱਕੀਆਂ ਗੱਲਾਂ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ। ਹਾਂ ਬਿਲਕੁਲ, ਕੰਮ ਚੱਲ ਰਿਹਾ ਨਾ, ਪਿੱਲਰ ਆਉਂਦੇ ਜਾਂਦੇ ਰਹਿੰਦੇ ਆ, ਕੰਮ ਚੱਲਦਾ ਨਾ, ਕੰਮ ਚੱਲੀ ਜਾਣਾ ਚਾਹੀਦਾ, ਗੱਲ ਖਤਮ। ਇਹਨੂੰ ਕੱਢ ਕੇ ਨਵਾਂ ਲਿਆਓਗੇ, ਇਹ ਕੀ ਪਤਾ ਮੋਬਾਈਲ ਹੀ ਉੱਥੇ ਬੈਠ ਕੇ ਸੁਣਨ ਲੱਗ ਜੇ। ਸਹੀ ਗੱਲ ਹੈ, ਬਿਲਕੁਲ ਸਹੀ ਹੈ। ਆਊਗਾ ਵੀ ਤਾਂ ਕੋਈ ਇਹਦੇ ਵਰਗਾ ਹੀ, ਹਾਂ ਤੇ ਪਹਿਲੇ ਨੂੰ ਬਰਦਾਸ਼ਤ ਕਰ ਲਓ। ਨਾਲੇ ਕੀ ਪਤਾ ਟਾਣਾ ਸਾਹਿਬ ਜੇ 5-10 ਦੀ ਬਿਜਲੀ ਉਹਨੇ ਫੂਕ ਵੀ ਦਿੱਤੀ, ਚਾਰਜ ਕਰ ਵੀ ਲਿਆ ਫੋਨ, ਤਾਂ ਐਡੀ ਕੋਈ ਗੱਲ ਤਾਂ ਹੈ ਨਹੀਂ ਗੀ। ਉਹ ਬਿਜਲੀ ਦੇ ਸੂਟੇ ਥੋੜੀ ਲਾਉਂਦਾ ਉਹ ਕਿਹੜਾ ਪੀ ਕੇ ਘਰੇ ਲੈ ਜਾਂਦਾ ਬਿਜਲੀ ਨੂੰ, ਹਨਾ ਵੀ ਘਰ ਜਾ ਕੇ ਏਸੀ ਚਲਾਵਾਂਗੇ ਇਹਦੇ ਨਾਲ। ਹੋਰ ਕੀ ਆ, ਥੋੜੀ ਹੈ ਗੱਲ, ਸਮਝਣ ਦੀ ਲੋੜ ਹੈ, ਬਰਦਾਸ਼ਤ ਕਰਨਾ ਸਿੱਖੋ। ਵੱਡੇ ਵੱਡੇ ਦਫ਼ਤਰ ਬਣਾ ਕੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਰੌਲੇ ਨਹੀਂ ਪਾਈਦੇ। ਹਾਂ ਬਿਲਕੁਲ ਸਹੀ। ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਆਪਾਂ ਹੜ੍ਹਾਂ ਦੀ ਸਥਿਤੀ ਦੇ ਬਾਬਤ ਗੱਲ ਜ਼ਰੂਰ ਕਰ ਰਹੀ ਹੈ। ਸਮੇਂ-ਸਮੇਂ ਦੇ ਉੱਪਰ ਜਿਹੜੀ ਨਵੀਂ ਖਬਰ ਹੈ ਇਹਨੂੰ ਲੈ ਕੇ ਸਾਹਮਣੇ ਆ ਰਹੀ ਹੈ, ਔਰ ਇਸ ਵੇਲੇ ਆਪਾਂ ਜੇ ਖਾਸ ਤੌਰ ਤੇ ਗੱਲ ਕਰੀਏ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹਰਗੋਬਿੰਦਪੁਰਾ ਬਸਤੀ, ਤਾਂ ਉੱਥੇ ਕਹਿੰਦੇ ਕਿ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ। ਹਰਗੋਬਿੰਦਪੁਰਾ ਬਸਤੀ ਦੇ ਵਿੱਚ ਤਾਂ ਇਹ ਖਬਰ ਆਈ ਹੈ ਹਰਮਨ ਜੀ ਵੀ ਉੱਥੇ 2 ਬੱਚੇ ਆ ਜਿਹੜੇ ਜੀ ਉਹ ਪਾਣੀ ਦਾ ਵਹਾਅ ਦੇਖਣ ਦੇ ਲਈ ਆਏ ਸੀ। ਮੇਰਾ ਖਿਆਲ ਇੱਕ ਦੀ ਉਮਰ 12 ਸਾਲ ਹੈ, ਇੱਕ ਦੀ 13 ਸਾਲ ਹੈ। ਐ ਫੁੱਲਾਂ ਵਰਗੇ ਬੱਚੇ, ਮੈਂ ਤਸਵੀਰਾਂ ਦੇਖੀਆਂ ਉਹਨਾਂ ਦੀਆਂ, ਉਹ ਦੋਨੋਂ ਪਾਣੀ ਦੇ ਵਿੱਚ ਰੁੜ ਗਏ ਤੇ ਦੋਵਾਂ ਬੱਚਿਆਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਦੋਨੋਂ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਪੰਜਾਬ ਦੇ ਵਿੱਚ ਦੂਰੀ ਵਾਰ ਆਏ ਹੜ੍ਹਾਂ ਦਾ ਕਹਿਰ ਆ। ਇਸ ਤੋਂ ਪਹਿਲਾਂ ਵੀ ਇਹ ਹੁੰਦਾ ਰਿਹਾ, ਜਦੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਪੰਜਾਬ 'ਚ ਹੜ੍ਹ ਆਏ ਆ, ਉਦੋਂ ਪੰਜਾਬ ਦੇ ਵਿੱਚ ਮੀਂਹ ਬਹੁਤ ਪਿਆ, ਇਸ ਕਰਕੇ ਹੜ੍ਹ ਆਏ। ਹੁਣ ਗਵਾਂਢੀ ਸੂਬੇ ਦੇ ਵਿੱਚ ਮੀਂਹ ਬਹੁਤ ਪੈ ਰਿਹਾ, ਇਸ ਕਰਕੇ ਪੰਜਾਬ ਦੇ ਵਿੱਚ ਹੜ੍ਹ ਆਏ ਆ, ਗੇਟ ਖੋਲ੍ਹਣ ਦੇ ਕਰਕੇ। ਸੋ ਇਹ ਹੈ ਜੀ ਕਿ ਇਸ ਵੇਲੇ ਬਹੁਤ ਸਾਰੀਆਂ ਸੰਸਥਾਵਾਂ, ਮੈਂ ਤੁਹਾਨੂੰ ਦੱਸਿਆ ਸੀ ਵੀ ਅੱਧੀ ਦਰਜਨ ਤੋਂ ਵੱਧ ਜ਼ਿਲ੍ਹੇ ਜਿਹੜੇ ਪੰਜਾਬ ਦੇ, ਉਹਨਾਂ ਦੇ ਸੈਂਕੜੇ ਪਿੰਡ ਇਸ ਵੇਲੇ ਫਿਰ ਪ੍ਰਭਾਵਿਤ ਹੋਏ ਆ। ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਵੀ ਅਸੀਂ ਮਦਦ ਕਰ ਰਹੇ ਹਾਂ, ਵਿਰੋਧੀ ਪਾਰਟੀਆਂ ਕਹਿੰਦੀਆਂ ਕਿੱਥੇ ਮਦਦ ਕਰ ਰਹੇ ਹੋ, ਕਹਿੰਦੇ ਤੁਸੀਂ ਪਹਿਲਾਂ ਵੀ ਨਹੀਂ ਕੀਤੀ, ਗਰਦੌਰੀਆਂ ਦੇ ਪੈਸੇ ਵੀ ਨਹੀਂ ਮਿਲੇਗੇ, ਗਰਦੌਰੀਆਂ ਵੀ ਨਹੀਂ ਹੋਈਆਂ। ਇਸ ਤਰੀਕੇ ਦੀ ਇੱਕ ਦੂਜੇ ਦੇ ਉੱਤੇ ਸ਼ਬਦਕ ਜੰਗ ਚੱਲਦੀ ਆ। ਪਰ NDRF ਦੀਆਂ ਟੀਮਾਂ ਬਚਾਉਣ ਦੇ ਲੱਗੀਆਂ ਹੋਈਆਂ, ਸ਼੍ਰੋਮਣੀ ਕਮੇਟੀ ਲੰਗਰ ਪਹੁੰਚਾ ਰਹੀ ਹੈ, ਖਾਲਸਾ ਏਡ ਮਦਦ ਕਰ ਰਹੀ ਹੈ, ਸਰਬੱਤ ਦਾ ਭਲਾ ਟਰਸਟ ਮਦਦ ਕਰ ਰਿਹਾ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨਿੱਠ ਕੇ ਮਦਦ ਕਰ ਰਹੀਆਂ। ਕੱਲਾ ਕੱਲਾ ਬੰਦਾ ਜਿਹਦੀ ਵੀ, ਜਿੰਨੀ ਵੀ, ਜਿੱਥੇ ਵੀ, ਜਿਵੇਂ ਵੀ ਮਦਦ ਕਰ ਰਿਹਾ, ਉਹਦਾ ਬਹੁਤ ਬਹੁਤ ਧੰਨਵਾਦ ਜੀ। ਤੇ ਥੋੜਾ ਜਿਹਾ ਆਪਣੇ ਬੱਚਿਆਂ ਵੱਲ ਵੀ ਖਿਆਲ ਕਰਨ ਦੀ ਜ਼ਰੂਰਤ ਹੈ ਵੀ ਇਸ ਵੇਲੇ ਬਹੁਤ ਸਾਰੇ ਲੋਕ, ਇਕੱਲੇ ਬੱਚੇ ਹੀ ਨਹੀਂ, ਵੈਸੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਥਿਤੀ ਵੇਖਣ ਦੇ ਲਈ ਜਾ ਰਹੇ ਨੇ, ਹਨਾ। ਉੱਥੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ, ਜ਼ਿੰਦਗੀ ਸਭ ਤੋਂ ਵੱਧ ਕੀਮਤੀ ਹੈ, ਇਸ ਲਈ ਕੋਈ ਅਣਸੁਖਾਵੀ ਘਟਨਾ ਉੱਥੇ ਨਾ ਵਾਪਰੇ, ਆਪਣਾ ਖਿਆਲ ਰੱਖਣ ਦੀ ਜ਼ਰੂਰਤ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਨਵੀਂ ਗੱਲ ਕਹੀ ਆ, ਉਹ ਕਹਿੰਦੇ ਵੀ ਇਹਨਾਂ ਹੜ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ, ਬਹੁਤ ਕੁਝ ਦੱਸਿਆ ਵੀ ਅਸੀਂ ਪਾਣੀ ਦੇ ਵਹਿਣ ਨੂੰ ਕਿਵੇਂ ਰੋਕ ਲਿਆ, ਅਸੀਂ ਰਾਹ ਰੋਕ ਕੇ ਸੜਕਾਂ ਕਿਵੇਂ ਬਣਾਤੀਆਂ, ਅਸੀਂ ਗਲੀਆਂ ਕਿਵੇਂ ਚੌੜੀਆਂ ਕਰ ਲਈਆਂ। ਪਰ ਪਾਣੀ ਇਹ ਕਹਿੰਦਾ ਕਿ ਮੈਂ ਤਾਂ ਲੰਘੂਗਾ ਜੀ, ਬਿਲਕੁਲ, ਮੈਂ ਤਾਂ ਫਿਰ ਰਾਹ ਸਾਰੇ ਤੋੜ ਕੇ, ਸਾਰੇ ਬੰਧਨ ਤੋੜ ਕੇ, ਸਾਰੇ ਢਿੱਕੇ ਢਾਹ ਕੇ ਮੈਂ ਤਾਂ ਇਧਰ ਨਹੀਂ ਲੰਘੂਗਾ ਜੀ। ਬਿਲਕੁਲ, ਕਹਿੰਦੇ ਮੈਂ ਕਿਤੇ ਲਿਖਿਆ ਪੜਿਆ ਸੀ ਟਾਣਾ ਸਾਹਿਬ, ਕਹਿੰਦੇ ਕਿ ਪਾਣੀ ਤਾਂ 100 ਸਾਲ ਬਾਅਦ ਵੀ ਆਪਣਾ ਰਾਹ ਲੱਭ ਲੈਂਦਾ, ਜਿਹੜਾ ਉਹਦਾ ਪੁਰਾਣਾ ਰਾਹ ਹੁੰਦਾ ਨਾ, ਉਸ ਰਾਹੇ ਫਿਰ ਤੋਂ ਤੁਰ ਪੈਂਦਾ ਉਹ। ਇਸ ਲਈ ਕਦੇ ਵੀ ਕੁਦਰਤ ਨਾਲ ਤਾਂ ਵੈਸੇ ਹੀ ਪੰਗਾ ਨਹੀਂ ਲੈਣਾ ਚਾਹੀਦਾ। ਤੇ ਪੰਜਾਬ ਦੇ ਦਰਿਆਵਾਂ ਦੇ ਵੱਲ ਝਾਤ ਮਾਰ ਕੇ ਦੇਖੋ, ਸਤਲੁਜ ਦਰਿਆ ਕਿਹੜੇ ਪਾਸੇ ਦੀ ਵਗਦਾ ਸੀ, ਕਿਹੜੇ ਪਾਸੇ ਨੂੰ ਹੋ ਗਿਆ, ਬਿਆਸ ਕਿੱਧਰ ਕਿੱਧਰ ਨੂੰ ਜਾਂਦਾ ਸੀ, ਤੇ ਵਿੱਚ ਵੀ ਲੋਕਾਂ ਨੇ ਫਸਲਾਂ ਬੀਜ ਲਈਆਂ, ਵਿੱਚ ਵੀ ਖੇਤੀ ਕਰਦੇ, ਦਰਿਆ ਦੇ ਵਿੱਚ ਵੀ। ਸਹੀ। ਤੇ ਕਹਿੰਦੇ ਉਹ ਵੀ ਆ ਵੀ ਭਾਈ ਧੱਕਾ ਬਹੁਤ ਹੋ ਗਿਆ, ਭਾਈ ਆਪਾਂ ਵੀ ਧੱਕਾ ਨਾ ਕਰੀਏ ਕੁਦਰਤ ਨਾਲ, ਤੇ ਕੁਦਰਤ ਵੀ ਸਾਡੇ ਨਾਲ ਧੱਕਾ ਨਾ ਕਰੀਏ, ਤੇ ਅਸੀਂ ਦਰਿਆਵਾਂ ਦੇ ਵਹਿਣ ਬਦਲੀਏ ਨਾ। ਦਰਿਆ ਜਿਹੜੇ ਪਾਸੇ ਨੂੰ ਜਾਂਦੇ ਜਾਣ ਦੇਈਏ। ਅਸੀਂ ਆਪਦੇ ਕਈ ਵਾਰੀ ਚੱਕਰਾਂ ਦੇ ਵਿੱਚ ਆਪਣੇ ਹਿੱਤਾਂ ਦੀ ਖਾਤਰ ਕਈ ਕੁਝ ਗਲਤ ਕੀਤਾ, ਪਰ ਕੁਦਰਤ ਸਵੱਲੀ ਨਜ਼ਰ ਰੱਖੇ, ਸਾਰੇ ਲੋਕ ਸਹੀ ਸਲਾਮਤ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ। ਬਿਲਕੁਲ। ਸੋ ਆਪਾਂ ਹੁਣ ਚੱਲੀਏ ਟਾਣਾ ਸਾਹਿਬ, ਸਾਡੇ ਜਾਣ ਦਾ ਹੋ ਗਿਆ ਜੀ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ, ਫਿਰ ਮਿਲਾਂਗੇ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।